ਬਹਿ ਜਾ ਕੋਲ ਪੰਜਾਬੀ ਦੇ, ਸੁਣ ਮਿੱਠੜੇ ਬੋਲ ਪੰਜਾਬੀ ਦੇ, ਤੇਰੀ ਅੱਖ ਵਿੱਚ ਚਾਨਣ ਹੋਵੇਗਾ ਜੇ ਵਰਕੇ ਫੋਲ ਪੰਜਾਬੀ ਦੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰਿਆਂ ਦਾ ਸਫਲਤਾ ਦੇ ਰੁੱਖ ਵਿੱਚ। ਮੈਂ ਹਾਂ ਜੀ ਤੁਹਾਡਾ ਪੰਜਾਬੀ ਮਾਸਟਰ ਗੁਰਮਨ ਸੰਧੂ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਆ ਸਾਰੇ ਬਿਹਤਰੀਨ ਹੋਵਾਂਗੇ, ਤਾਂ ਹੀ ਆਪਾਂ ਸਾਰੇ ਇਕੱਠੇ ਜੁੜ ਕੇ ਬੈਠੇ ਆ। ਆ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ, ਇਹਦਾ ਚੰਗਾ ਰਿਸਪੌਂਸ ਵੇਖਣ ਨੂੰ ਮਿਲਦਾ ਪਿਆ। ਇਹਦੇ ਵਿੱਚੋਂ ਸਵਾਲ ਵੀ ਆਉਣ ਵਾਲੇ ਦਿਨਾਂ 'ਚ ਬਾ ਕਮਾਲ ਵੇਖਣ ਨੂੰ ਮਿਲਨੇ ਆ। ਤਾਂ ਬਹੁਤ ਸਾਰੀਆਂ ਗੱਲਾਂ ਆਪਾਂ ਪਹਿਲਾਂ ਪੜ੍ਹ ਚੁੱਕੇ ਆ, ਤੇ ਅੱਜ ਕੁਝ ਆਪਾਂ ਨਵੀਆਂ ਗੱਲਾਂ ਤੇ ਵਿਚਾਰ ਚਰਚਾ ਕਰਨੀ ਆ। ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਉਹਨਾਂ ਦੇ ਨਾਮ ਕੀ ਹੁੰਦੇ ਨੇ, ਇਹਨਾਂ ਦੇ ਨਾਵਾਂ ਦੇ ਵਿੱਚੋਂ ਹੀ ਕਈ ਵਾਰੀ ਸਵਾਲ ਆਉਂਦੇ ਨੇ। ਇਹਨਾਂ ਦੇ ਨਾਲ ਅਖਾਣ ਜੁੜੇ ਹੋਏ ਨੇ, ਮੁਹਾਵਰੇ ਜੁੜੇ ਹੋਏ ਨੇ, ਤੇ ਸਾਡੇ ਸੱਭਿਆਚਾਰ ਦੇ ਵਿੱਚ ਇਹਨਾਂ ਦੇ ਰਿਲੇਟਡ ਗੀਤ ਵੀ ਮਿਲੇ ਹੋਏ ਨੇ। ਤਾਂ ਜਿਹੜੀ ਵੀ ਆਪਣੀ ਜਿੰਨੇ ਵੀ ਸਮੇਂ ਦੀ ਆਪਣੀ ਇਹ ਕਲਾਸ ਹੋਣੀ ਆ, ਆਪਾਂ ਆਪਣੇ ਬੀਤੇ ਹੋਏ ਪੰਜਾਬ ਦੀ, ਜਿਹੜਾ ਪੰਜਾਬ ਸਾਡਾ ਪਿੱਛੇ ਰਹਿ ਗਿਆ, ਉਹਦੀ ਆਪਾਂ ਝਲਕ ਵੇਖਣੀ ਆ। ਉਮੀਦ ਆ ਵੀ ਸਾਰਿਆਂ ਨੂੰ ਬੜਾ ਨਜ਼ਾਰਾ ਆਊਗਾ। ਬੜੀਆਂ ਸੋਹਣੀਆਂ ਤੇ ਨਵੀਆਂ ਗੱਲਾਂ ਆਪਾਂ ਵੇਖਣੀਆਂ ਨੇ। ਫਲੇ ਕੀ ਹੁੰਦੇ ਆ, ਇਹਨਾਂ ਦਾ ਕੀ ਕੰਮ ਹੁੰਦਾ, ਕਿਉਂ ਇਹ ਵਰਤੇ ਜਾਂਦੇ ਆ, ਤੇ ਅੱਜ ਇਹਨਾਂ ਦੀ ਕੀ ਇੰਪੋਰਟੈਂਸ ਰਹਿ ਗਈ ਆ। ਤਾਂ ਛਿਕਲੀ ਬਾਰੇ ਆਪਾਂ ਬਹੁਤ ਸਾਰੇ ਅਖਾਣ ਮੁਹਾਵਰੇ ਪੜ੍ਹੇ ਆ, ਇਹ ਕਿਵੇਂ ਬਣਦੀ ਆ, ਇਹਨਾਂ ਦੇ ਹੋਰ ਕਿਹੜੇ-ਕਿਹੜੇ ਵਰਤੋਂ ਦੇ ਵਿਹਾਰ ਨੇ, ਉਹ ਸਾਰੇ ਵੇਖਣੇ ਆ। ਕਰਾਹ ਤੇ ਕਰਾਹੀ ਕੀ ਹੁੰਦੀ ਆ, ਜਿੰਦਾ ਤੇ ਜਿੰਦਰਾ ਕੀ ਹੁੰਦਾ ਹੈ, ਤੇ ਸੁਹਾਗਾ ਤੇ ਸੁਹਾਗੀ ਕੀ ਹੁੰਦੀ ਆ, ਇਹਨਾਂ ਦੇ ਬਾਬਤ ਹੀ ਆਪਾਂ ਅੱਜ ਗੱਲਾਂ ਕਰਨੀਆਂ ਨੇ। ਤਾਂ ਸਾਡੇ ਸਾਹਮਣੇ ਤਸਵੀਰ ਆ ਚੁੱਕੀ ਆ ਵੀ ਫਲੇ ਕੀ ਹੁੰਦੇ ਆ। ਤਾਂ ਕੱਲੀ ਗੱਲ ਨੂੰ ਆਪਾਂ ਪਹਿਲਾਂ ਪੜਾਂਗੇ। ਪਹਿਲਾਂ ਆਪਾਂ ਦਾ ਇਤਿਹਾਸਿਕ ਪਿਛੋਕੜ ਵੇਖਾਂਗੇ, ਉਹਦੇ ਨਾਲ ਜਿਹੜੇ ਅਖਾਣ ਮੁਹਾਵਰੇ ਗੀਤ ਮਿਲਦੇ ਨੇ, ਉਹ ਸਾਰੀਆਂ ਗੱਲਾਂ ਪੜ੍ਹਨੀਆਂ ਨੇ। ਤਾਂ ਆਓ ਸਾਰੇ ਜਣੇ ਆਪਾਂ ਵਿਸਰ ਰਿਹਾ ਵਿਰਸਾ ਪੜ੍ਹੀਏ ਤੇ ਆਪਣੇ ਹਿਰਦੇ ਦੇ ਵਿੱਚ ਇਹਨੂੰ ਸਾਂਭ ਕੇ ਰੱਖੀਏ, ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹਦੇ ਵਿੱਚੋਂ ਚੰਗੇ ਨੰਬਰ ਮਿਲ ਸਕਣ, ਅਸੀਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਪੜ੍ਹਾ ਸਕੀਏ। ਚਲੋ ਬਈ। ਤਾਂ ਫਲਿਆਂ ਤੋਂ ਬਗੈਰ ਦਾਣੇ ਕੱਢਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਸ ਸਮੇਂ ਦਾ ਅਖਾਣ ਹੈ। ਕੀ ਅਖਾਣ ਹੈ? ਭੌਂ ਵਾਹਿਆ, ਫਸਲ ਗਾਇਆ ਤੇ ਜਾਣ ਨੁਹਾਇਆ। ਕਹਿਣ ਦਾ ਮਤਲਬ ਇਹ ਆ, ਤਿੰਨ ਗੱਲਾਂ ਦੇ ਵਿੱਚ ਐਡੀ ਸੋਹਣੀ ਜਾਣਕਾਰੀ ਸਮੂਈ ਹੋਈ ਆ ਵੀ ਜਿਹੜੀ ਭੌਂ ਹੈ, ਭਾਵ ਕਿ ਧਰਤੀ, ਉਹ ਵਾਹੇ ਤੋਂ ਬਿਨਾਂ ਨਹੀਂ ਪੈਦਾ ਕੀਤੀ ਜਾ ਸਕਦੀ। ਫਸਲ ਗਾਇਆ, ਫਲਿਆਂ ਨਾਲ ਕੀ ਕੀਤਾ, ਫਸਲ ਗਾਈ ਜਾਂਦੀ ਹੈ, ਭਾਵ ਕਿ ਉਹਨੂੰ ਦਾਣੇ ਕੱਢੇ ਜਾਂਦੇ ਆ। ਉਹ ਆਪਾਂ ਵੇਖਾਂਗੇ ਵੀ ਕਿਵੇਂ ਦਾਣੇ ਕੱਢੇ ਜਾਂਦੇ ਸੀਗੇ। ਜਾਣ ਨੁਹਾਇਆ, ਭਾਵ ਕਿ ਜਿਹੜਾ ਸਾਡਾ ਸਰੀਰ ਆ, ਨਹਾਏ ਤੋਂ ਬਿਨਾਂ ਚੁਸਤ ਜਾਂ ਫੁਰਤੀਲਾ ਨਹੀਂ ਹੁੰਦਾ, ਉਹਦੇ ਬਾਰੇ ਇਹਦੇ ਵਿੱਚ ਗੱਲ ਕੀਤੀ ਹੋਈ ਆ। ਤਾਂ ਜਿਹੜੇ ਫਲੇ ਹੁੰਦੇ ਉਹ ਦਾਣੇ ਕੱਢਣ ਦਾ ਕੰਮ ਕਰਦੇ, ਉਹ ਕਿਵੇਂ ਦਾ ਕੰਮ ਕਰਦੇ, ਉਹ ਆਪਾਂ ਵੇਖਣਾ। ਇਹ ਅਖਾਣ ਸਪਸ਼ਟ ਕਰਦਾ ਹੈ ਕਿ ਜ਼ਮੀਨ ਨੂੰ ਵਾਹਣ ਨਾਲ ਜ਼ਮੀਨ ਪੈਦਾ ਹੁੰਦੀ ਹੈ, ਫਸਲ ਗਾਉਣ ਨਾਲ ਹੀ ਦਾਣੇ ਕੱਢੇ ਜਾ ਸਕਦੇ ਹਨ। ਬਰੀਕ ਨਿੱਕੀ ਗਾਹੀ ਚੰਗੀ ਮੰਨੀ ਜਾਂਦੀ ਸੀ। ਤਾਂ ਮੁੱਢੋਂ ਵੱਢ ਕੇ ਨਿੱਕੀ ਗਾਹ, ਘਾਟਾ ਪਵੇ ਤਾਂ ਮੈਨੂੰ ਪਤਾ। ਕਿੱਡੇ ਸੋਹਣੇ ਤਰਕ ਪੇਸ਼ ਕੀਤੇ ਹੋਏ ਨੇ ਸਾਡੇ ਬਜ਼ੁਰਗਾਂ ਦੇ ਵੱਲੋਂ ਵੀ ਜਿਹੜੇ ਦਾਣੇ ਕੱਢੇ ਜਾਂਦੇ ਉਹ ਬਰੀਕ ਕਰਨੇ ਚਾਹੀਦੇ ਆ, ਭਾਵ ਕਿ ਜਿਹੜੀ ਗਾਹੀ ਆ ਫਲਿਆਂ ਦੇ ਨਾਲ, ਜਿਹੜੀ ਦਾਣਿਆਂ ਦੇ ਉੱਤੇ ਆਪਾਂ ਲਤਾੜ ਕਰਨੀ ਆ, ਉਹਦੇ ਨਾਲ ਚੰਗੇ ਦਾਣੇ ਨਿਕਲ ਸਕਦੇ ਨੇ ਤੇ ਚੰਗਾ ਉਹਦਾ ਝਾੜ ਨਿਕਲ ਸਕਦਾ। ਉਹਨਾਂ ਸਮਿਆਂ ਵਿੱਚ ਹਾੜੀ ਦੀ ਫਸਲ ਕੱਢਣ ਲਈ ਡੇਢ ਮਹੀਨੇ ਵੀ ਫਲੇ ਚੱਲਦੇ ਰਹਿੰਦੇ ਹੁੰਦੇ ਸਨ। ਫਲਾ ਕੀ ਹੁੰਦਾ ਸੀ, ਫਲੇ ਦੀ ਵਰਤੋਂ ਕਿਵੇਂ ਹੁੰਦੀ ਸੀ, ਆਉਣ ਵਾਲੀਆਂ ਸਲਾਈਡਾਂ ਦੇ ਉੱਤੇ ਆਪਾਂ ਸਾਰਾ ਚਾਨਣ ਲੈ ਲੈਣਾ। ਤਾਂ ਫਲੇ ਦੋ ਸਾਈਜ਼ ਵਿੱਚ ਹੁੰਦੇ ਸਨ। ਇੱਕ ਛੋਟਾ ਫਲਾ ਹੁੰਦਾ ਸੀ ਜਿਸ ਨੂੰ ਬਲਦਾਂ ਦੀ ਇੱਕ ਜੋੜੀ ਜਾਂ ਊਠ ਖਿੱਚਦਾ ਹੁੰਦਾ ਸੀ। ਇੱਕ ਬੜਾ ਫਲਾ ਹੁੰਦਾ ਸੀ ਜਿਸ ਨੂੰ ਬਲਦਾਂ ਦੀਆਂ ਦੋ ਜੋੜੀਆਂ ਖਿੱਚਦੀਆਂ ਹੁੰਦੀਆਂ ਸਨ। ਇਸ ਫਲੇ ਨੂੰ ਚੌਖੜਾ ਵੀ ਕਹਿੰਦੇ ਸਨ। ਤਾਂ ਸਿੱਧਾ ਇੱਕ ਨੰਬਰ ਦਾ ਸਵਾਲ ਸਾਡੇ ਸਾਹਮਣੇ ਆ ਗਿਆ ਵਿਦਿਆਰਥੀਓ, ਵੀ ਫਲੇ ਨੂੰ ਹੋਰ ਕੀ ਕਿਹਾ ਜਾਂਦਾ? ਚੌਖੜਾ ਕਿਹਾ ਜਾਂਦਾ। ਤਾਂ ਬੜੇ ਫਲੇ ਨੂੰ ਇੱਕ ਬਲਦਾਂ ਦੀ ਜੋੜੀ ਤੋਂ ਇੱਕ ਊਂਠ ਵੀ ਖਿੱਚਦਾ ਹੁੰਦਾ ਸੀ, ਦੋਵੇਂ ਊਂਠ ਖਿੱਚਦੇ ਹੁੰਦੇ ਸੀ। ਕਹਿਣ ਦਾ ਮਤਲਬ ਛੋਟੀ ਜਿਹੜੀ ਹੁੰਦੀ ਸੀ ਉਹਨੂੰ ਇੱਕ ਖਿੱਚੇਗਾ, ਤੇ ਜਿਹੜੇ ਵੱਡੇ ਆ ਉਹਨਾਂ ਨੂੰ ਦੋ ਊਂਠ ਜਾਂ ਦੋ ਬਲਦਾਂ ਦੀ ਜੋੜੀ ਖਿੱਚੇਗੀ। ਤਾਂ ਫਲੇ ਬਣਾਉਣ ਲਈ ਹੇਠਾਂ ਬਾਂਸ ਦਾ ਜਾਂ ਪਤਲੀਆਂ ਲੱਕੜਾਂ ਦਾ ਫਰੇਮ ਬਣਾਇਆ ਜਾਂਦਾ ਸੀਗਾ। ਤਾਂ ਆ ਸਾਡੇ ਸਾਹਮਣੇ ਕੀ ਆ ਵੀ ਬਾਂਸ ਦੀਆਂ ਜੋ ਸਟੀਆਂ ਹੁੰਦੀਆਂ ਨੇ, ਉਹਨਾਂ ਨੂੰ ਜੋੜ ਕੇ ਇੱਕ ਫਰੇਮ ਤਿਆਰ ਕੀਤਾ ਜਾਂਦਾ, ਜਿਹੜਾ ਸਾਨੂੰ ਇੱਥੇ ਵੇਖਣ ਨੂੰ ਮਿਲਦਾ ਪਿਆ। ਸਾਡੇ ਸਾਹਮਣੇ ਫਲਾ ਲਾਇਆ ਹੋਇਆ, ਤਾਂ ਇਹਦੇ ਥੱਲੇ ਕੀ ਆ? ਫਸਲ ਆ ਸਾਰੀ ਫਸਲ ਆ ਇਹਦੇ ਥੱਲੇ। ਤਾਂ ਇਸ ਦੀ ਲੰਬਾਈ ਜ਼ਿਆਦਾ ਹੁੰਦੀ ਸੀ ਤੇ ਚੌੜਾਈ ਘੱਟ ਹੁੰਦੀ ਸੀ। ਤਾਂ ਲੰਬਾਈ ਤੇ ਚੌੜਾਈ ਘੱਟ ਹੋਏਗੀ। ਤਾਂ ਇਸ ਫਰੇਮ ਵਿੱਚ ਬੇਰੀ ਦੀਆਂ ਝਿੰਗਾਂ, ਕਿਸੇ ਇਲਾਕੇ ਵਿੱਚ ਜੰਡੀ ਦੀਆਂ ਝਿੰਗਾਂ ਪਾਈਆਂ ਜਾਂਦੀਆਂ ਸਨ। ਝਿੰਗਾਂ ਤੋਂ ਮਤਲਬ ਇੱਥੇ ਸਟੀਆਂ ਜਾਂ ਝਾੜੀਆਂ ਦੀ ਗੱਲ ਕੀਤੀ ਜਾ ਰਹੀ ਆ। ਤਾਂ ਜੰਡੀ ਕੱਟਣਾ ਆਪਾਂ ਇੱਕ ਰਸਮ ਵੀ ਵੇਖੀ ਆ, ਜਿਹੜੀ ਵਿਆਹ ਦੇ ਦੌਰਾਨ ਹੁੰਦੀ ਆ। ਜੰਡ ਇੱਕ ਰੁੱਖ ਆ ਜਿਹਨੂੰ ਟੱਕ ਲਾਇਆ ਜਾਂਦਾ ਸੀਗਾ, ਤੇ ਇਹਨਾਂ ਝਿੰਗਾਂ ਉੱਪਰ ਕਪਾਹ ਦੀਆਂ ਜਾਂ ਨਰਮੇ ਦੀਆਂ ਛਿਟੀਆਂ ਪਾਈਆਂ ਜਾਂਦੀਆਂ ਸਨ। ਫਿਰ ਇਹਨਾਂ ਝਿੰਗਾਂ ਤੇ ਛਿਟੀਆਂ ਦੇ ਉੱਪਰ ਪਤਲੀਆਂ ਸੋਟੀਆਂ ਰੱਖ ਕੇ ਹੇਠਲੇ ਫਰੇਮ ਨਾਲ ਚੰਗੀ ਤਰ੍ਹਾਂ ਬੰਨਿਆ ਜਾਂਦਾ ਸੀ। ਤਾਂ ਪਹਿਲਾਂ ਕੀ ਹੋ ਗਿਆ ਵੀ ਥੱਲੇ ਬਾਂਸ ਦੇ ਟੁਕੜੇ ਆ ਗਏ, ਭਾਵ ਕਿ ਲੱਕੜਾਂ ਆ ਗਈਆਂ, ਇਹਦੇ ਉੱਤੇ ਜੰਡੀ ਦੀਆਂ ਝਿੰਗਾਂ ਪਾ ਦਿੱਤੀਆਂ ਜਾਂਦੀਆਂ ਸੀ। ਇਸ ਤਰ੍ਹਾਂ ਕਰਕੇ ਪਤਲੀਆਂ ਬਰੀਕ ਕਰਕੇ ਤਾਂ ਇਹਨਾਂ ਨੂੰ ਆਪਸ ਦੇ ਵਿੱਚ ਬੰਨਿਆ ਜਾਂਦਾ ਸੀਗਾ। ਕਲੀਅਰ ਹੋਈ ਇੰਨੀ ਗੱਲ? ਅੱਗੇ ਵੇਖਦੇ ਆ। ਫਲੇ ਦੇ ਫਰੇਮ ਨਾਲ ਇੱਕ ਲੰਮੀ ਸੋਟੀ ਰੱਸੇ ਨਾਲ ਬੰਨੀ ਜਾਂਦੀ ਸੀ। ਇਸ ਸੋਟੀ ਦਾ ਦੂਸਰਾ ਸਿਰਾ ਬਲਦਾਂ ਦੇ ਗਲ ਪਾਈ ਪੰਜਾਲੀ ਨਾਲ
ਬੰਨਿਆ ਜਾਂਦਾ ਸੀ। ਆਉਣ ਵਾਲੇ ਲੈਕਚਰਾਂ ਦੇ ਵਿੱਚ ਤੁਹਾਨੂੰ ਪੰਜਾਲੀ ਬਾਰੇ ਵੀ ਸਮਝਾਉਣਾ ਵੀ ਪੰਜਾਲੀ ਕੀ ਹੁੰਦੀ ਆ, ਕਿਵੇਂ ਬਲਦਾਂ ਦੇ ਗਲ ਦੇ ਵਿੱਚ ਪੈਂਦੀ ਆ, ਇਹਦੀ ਬਣਤਰ ਕਿੱਦਾਂ ਦੀ ਹੁੰਦੀ ਆ। ਤਾਂ ਸਾਨੂੰ ਪਤਾ ਲੱਗ ਗਿਆ ਵੀ ਫਲੇ ਦੇ ਨਾਲ ਇੱਥੇ ਕੀ ਹੈ ਕਿ ਸੋਟੀ ਜਾ ਰਹੀ ਹੈ, ਜਿਹੜੀ ਇੱਥੇ ਪੰਜਾਲੀ ਦੇ ਨਾਲ ਅਟੈਚ ਕੀਤੀ ਆ, ਤਾਂ ਜੋ ਇਸ ਨੂੰ ਫਲੇ ਨੂੰ ਅੱਗੇ ਲੈ ਕੇ ਜਾਇਆ ਜਾ ਸਕੇ, ਉਹਨੂੰ ਹੱਕਿਆ ਜਾ ਸਕੇ। ਕਹਿਣ ਦਾ ਮਤਲਬ ਇਸ ਸੋਟੀ ਨੂੰ ਧੂ ਕਹਿੰਦੇ ਸਨ। ਤਾਂ ਸੋਟੀ ਦਾ ਸਿੱਧਾ ਨਾਮ ਕੀ ਆ ਗਿਆ ਸਾਡੇ ਸਾਹਮਣੇ? ਧੂ। ਧੂ ਤੋਂ ਅਸੀਂ ਧੂਣਾ ਵੀ ਕਹਿੰਦੇ ਆ, ਵੀ ਕਿਸੇ ਚੀਜ਼ ਨੂੰ ਧੂ ਲੈਣਾ, ਹਨਾ। ਕਈ ਇਲਾਕੇ ਵਿੱਚ ਇਸ ਲੱਕੜ ਨੂੰ ਖੋਜ ਵੀ ਕਹਿੰਦੇ ਹਨ। ਲਓ ਜੀ, ਤਾਂ ਇੱਕ ਚੀਜ਼ ਦੇ ਤਿੰਨ ਨਾਮ ਆ ਗਏ ਸਾਡੇ ਸਾਹਮਣੇ। ਇਹੀ ਗੱਲਾਂ ਪੇਪਰਾਂ ਦੇ ਵਿੱਚ ਪੁੱਛੀਆਂ ਜਾਂਦੀਆਂ ਨੇ। ਉਦਾਹਰਨ ਦੇ ਤੌਰ ਤੇ ਆਪਾਂ ਜ਼ਰਦ ਸ਼ਬਦ ਵੇਖਿਆ ਵੀ ਇਹ ਕਿਸ ਇਲਾਕੇ ਦਾ ਸ਼ਬਦ ਆ। ਜ਼ਰਦ ਲੋਕਾਂ ਨੇ ਤੰਬਾਕੂ ਟਿਕ ਕੀਤਾ ਸੀ, ਪਰ ਅਸਲ ਦੇ ਵਿੱਚ ਇਹ ਪੀਲਾ ਰੰਗ ਜਾਂ ਪੀਲੇ ਮਿੱਠੇ ਜਿਹੜੇ ਚੌਲ ਹੁੰਦੇ ਨੇ ਉਹਨਾਂ ਦੇ ਨਾਲ ਸੰਬੰਧਿਤ ਮੰਨਿਆ ਜਾਂਦਾ। ਇਹੀ ਚੀਜ਼ਾਂ ਨੇ ਜਿਹੜੀਆਂ ਰੂਪ ਵਟਾ ਕੇ ਸਾਡੇ ਸਾਹਮਣੇ ਆ ਜਾਂਦੀਆਂ ਨੇ। ਜੇ ਅਸੀਂ ਇੱਕ ਵਾਰੀ ਪੜੀਆਂ ਹੋਣਗੀਆਂ ਤਾਂ ਸਾਡੇ ਸਾਹਮਣੇ ਸਾਰਾ ਚਾਨਣ ਆ ਜਾਊਗਾ। ਤਾਂ ਫਲੇ ਨੂੰ ਪੈਲੀ ਵਿੱਚ ਪਾ ਦਿੰਦੇ ਸਨ ਤੇ ਬਲਦ ਖਿੱਚਣ ਲੱਗ ਜਾਂਦੇ ਸਨ। ਹੁਣ ਪੈਲੀ ਕੀ ਹੁੰਦੀ ਆ? ਮਾਝੇ ਦੇ ਵਿੱਚ ਖੇਤਾਂ ਨੂੰ ਪੈਲੀ ਕਿਹਾ ਜਾਂਦਾ। ਅਸਲ ਦੇ ਵਿੱਚ ਪੈਲੀ ਉਸ ਨੂੰ ਵੀ ਕਿਹਾ ਜਾਂਦਾ ਵੀ ਜਿੱਥੇ ਫਸਲ ਖਲਾਰ ਦਿੱਤੀ ਜਾਂਦੀ ਆ। ਫਸਲ ਨੂੰ ਵੱਢ ਕੇ ਖਲਾਰ ਲਿਆ ਜਾਂਦਾ, ਜਿਹਨੂੰ ਪਿੜ ਵੀ ਕਿਹਾ ਜਾਂਦਾ। ਉਸ ਪਿੜ ਦੇ ਉੱਤੇ ਕੀ ਆ? ਬਲਦ ਫਲੇ ਨੂੰ ਖਿੱਚਦੇ ਸੀ ਤੇ ਫਸਲ ਨੂੰ ਲਤਾੜਿਆ ਜਾਂਦਾ ਸੀ, ਜਿਹਦੇ ਵਿੱਚੋਂ ਦਾਣੇ ਘਿਰ ਜਾਂਦੇ ਸੀ, ਸਿੱਟਿਆਂ ਤੋਂ ਦਾਣੇ ਬਾਹਰ ਆ ਜਾਂਦੇ ਸੀ। ਇਸ ਤਰ੍ਹਾਂ ਹੀ ਜੇਕਰ ਬਲਦਾਂ ਦੀ ਜੋੜੀ ਨਾਲ ਊਂਠ ਜੋੜਿਆ ਜਾਂਦਾ ਸੀ ਤਾਂ ਊਂਠ ਤੇ ਪਾਈ ਵੇਂਡੀ, ਤਾਂ ਜਿਹੜੀ ਬਲਦਾਂ ਦੇ ਪਾਈ ਜਾਂਦੀ ਹੈ ਉਹਨੂੰ ਪੰਜਾਲੀ ਕਹਿੰਦੇ ਆ, ਜਿਹੜੀ ਊਂਠਾਂ ਦੇ ਗਲ ਵਿੱਚ ਪਾਈ ਜਾਂਦੀ ਉਹਨੂੰ ਵੈਂਡੀ ਕਹਿੰਦੇ ਆ। ਧਿਆਨ ਨਾਲ ਗੱਲ ਸਮਝਣੀ ਆ। ਅਸੀਂ ਦੋ ਲੰਮੇ ਰੱਸੇ ਬੰਨੇ ਜਾਂਦੇ, ਇਹਨਾਂ ਲੰਮੇ ਰੱਸਿਆਂ ਨੂੰ ਅਖੀਰ ਤੇ ਇੱਕ ਡੰਡੇ ਨਾਲ ਬੰਨਿਆ ਜਾਂਦਾ ਸੀ। ਇਸ ਡੰਡੇ ਨੂੰ ਵਿਚਕਾਰ ਤੋਂ ਫਲੇ ਦੇ ਫਰੇਮ ਨਾਲ ਬੰਨਿਆ ਜਾਂਦਾ ਸੀ। ਇਸ ਤਰ੍ਹਾਂ ਊਂਠ ਫਲਾ ਖਿੱਚਦਾ ਹੁੰਦਾ ਸੀ। ਤਾਂ ਇੱਥੇ ਸਾਡੇ ਸਾਹਮਣੇ ਬਲਦ ਆਏ ਹੋਏ ਨੇ। ਜੇ ਆਪਾਂ ਇੱਥੇ ਊਂਠ ਨੂੰ ਇਮੇਜਿਨ ਕਰ ਲਈਏ ਤਾਂ ਉਹਦੇ ਵੈਂਡੀ ਹੁੰਦੀ ਆ ਗਲ ਦੇ ਵਿੱਚ। ਵੈਂਡੀ ਦੇ ਨਾਲ ਇੱਕ ਲੰਮੀ ਸਟੀ ਹੁੰਦੀ ਆ ਜਿਹੜੀ ਫਲੇ ਦੇ ਨਾਲ ਜੁੜੀ ਹੁੰਦੀ ਹੈ, ਜਿਹਦੇ ਨਾਲ ਫਲਾ ਖਿੱਚਿਆ ਜਾਂਦਾ। ਜੇਕਰ ਬਲਦਾਂ ਦੀਆਂ ਦੋ ਜੋੜੀਆਂ ਕਾਫੀ ਉਮਰ ਦੀਆਂ ਹੁੰਦੀਆਂ ਸਨ ਤਾਂ ਕਹਿਣ ਦਾ ਮਤਲਬ ਕਿ ਜੇ ਬਲਦ ਜ਼ਿਆਦੀ ਉਮਰ ਦੇ ਹੁੰਦੇ ਸੀ ਤਾਂ ਜ਼ਿਆਦੀ ਉਮਰ ਦੇ ਬਲਦ ਜ਼ਿਆਦੇ ਹੋਛੇ ਨਹੀਂ ਹੁੰਦੇ, ਸਿਆਣੇ ਹੁੰਦੇ ਨੇ, ਤਾਂ ਬਲਦਾਂ ਦੇ ਵਿਚਾਲੇ ਵੜ ਕੇ ਬਲਦਾਂ ਨੂੰ ਚਲਾਇਆ ਜਾਂਦਾ ਸੀ। ਕੀ ਕਹਿਣ ਦਾ ਮਤਲਬ ਕਿ ਇੱਥੇ ਬਲਦਾਂ ਦੇ ਵਿਚਾਲੇ ਇਹ ਮੰਨ ਲਓ ਵੀ ਇੱਥੇ ਬੰਦਾ ਖਲੋ ਸਕਦਾ। ਕਿੱਥੇ? ਇੱਥੇ। ਇੱਥੇ ਵਿਚਾਲੇ ਬੰਦਾ ਖੜ ਸਕਦਾ ਕਿਉਂਕਿ ਬਲਦ ਸਿਆਣੇ ਆ, ਜ਼ਿਆਦੀ ਉਮਰ ਦੇ, ਜ਼ਿਆਦਾ ਹੋਛਾਪਣ ਨਹੀਂ ਵਿਖਾਉਂਦੇ। ਜੇਕਰ ਵੈੜ ਕੇ ਹੁੰਦੇ ਸਨ, ਵੈੜ ਕੇ ਕੀ ਹੁੰਦੇ ਨੇ? ਜਿਵੇਂ ਨੌਜਵਾਨ ਵੈੜ ਕੇ ਆਪਾਂ ਕਹਿ ਸਕਦੇ ਪੂਰੇ ਐਨ ਠਾਠਾ ਮਾਰਦੇ ਬਲਦ ਨੌਜਵਾਨ ਜਿਹੜੇ ਬਸ ਹੋਛੇ ਹੁੰਦੇ ਆ, ਉਹਨਾਂ ਨੂੰ ਫਲੇ ਦੇ ਪਿੱਛੇ ਤੁਰ ਕੇ ਹੱਕਿਆ ਜਾਂਦਾ ਸੀ। ਤਾਂ ਫਿਰ ਜੇ ਵੈੜ ਕੇ ਹੁੰਦੇ ਸੀ ਤਾਂ ਪਿੱਛੇ ਖੜ ਕੇ ਉਹਨਾਂ ਨੂੰ ਹੱਕਿਆ ਜਾਂਦਾ ਸੀਗਾ, ਨਹੀਂ ਤਾਂ ਉਹ ਸ਼ਰਾਰਤ ਕਰਕੇ ਬੰਦੇ ਨੂੰ ਸੱਟ ਪਹੁੰਚਾ ਸਕਦੇ ਸੀਗੇ। ਊਂਠ ਦੀ ਮੁਹਾਰ ਨੂੰ ਬਲਦਾਂ ਦੀ ਜੋੜੀ ਦੀ ਪੰਜਾਲੀ ਨਾਲ ਬੰਨ ਦਿੱਤਾ ਜਾਂਦਾ ਸੀਗਾ। ਊਂਠ ਦੀ ਮੁਹਾਰ ਕੀ ਹੁੰਦੀ ਹੈ? ਜਿਹਦੇ ਨਾਲ ਊਂਠ ਨੂੰ ਫੜਿਆ ਜਾਂਦਾ ਜਾਂ ਕਾਬੂ ਕੀਤਾ ਜਾਂਦਾ। ਜਦ ਚੰਗੀ ਧੁੱਪ ਚੜ ਜਾਂਦੀ ਸੀ, ਪੈਲੀ ਗਰਮ ਹੋ ਜਾਂਦੀ ਸੀ, ਉਸ ਸਮੇਂ ਫਲੇ ਚਲਾਉਂਦੇ ਹੁੰਦੇ ਸਨ। ਤਾਂ ਸਿੱਧਾ ਇੱਕ ਨੰਬਰ ਦਾ ਸਵਾਲ ਬਣ ਗਿਆ ਵੀ ਫਲੇ ਕਦੋਂ ਚਲਾਏ ਜਾਂਦੇ ਸੀਗੇ? ਫਸਲ ਨੂੰ ਕਦੋਂ ਗਾਇਆ ਜਾਂਦਾ ਸੀਗਾ? ਜਦੋਂ ਚੰਗੀ ਧੁੱਪ ਚੜ ਜਾਂਦੀ ਸੀ, ਪੈਲੀ ਗਰਮ ਹੋ ਜਾਂਦੀ ਸੀ। ਪੈਲੀ ਦਾ ਮਤਲਬ ਇੱਥੇ ਜ਼ਮੀਨ ਨਹੀਂ ਹੈਗਾ। ਇੱਕ ਗੱਲ ਧਿਆਨ ਦੇ ਨਾਲ ਰੱਖਣੀ ਆ, ਖਲਾਰੀ ਹੋਈ ਫਸਲ ਨੂੰ ਪਿੜ ਕਹਿ ਦਿੱਤਾ ਜਾਂਦਾ। ਉਸ ਪਿੜ ਦੇ ਉੱਤੇ ਫਲੇ ਚੱਲਦੇ ਹੁੰਦੇ ਸੀ, ਇਹ ਯਾਦ ਰੱਖਣਾ। ਤਾਂ ਗਾਹੀ ਜਾਂਦੀ ਪੈਲੀ ਨੂੰ ਦੁਪਹਿਰੇ ਫੋਲਿਆ ਜਾਂਦਾ ਸੀ। ਫਲੇ ਹੱਕਣੇ ਵੀ ਕਾਫੀ ਔਖੇ ਹੁੰਦੇ ਸਨ। ਲੱਤਾਂ ਨੂੰ ਲਾਗਾ ਲੱਗ ਕੇ ਲੱਤਾਂ ਛਿੱਲੀਆਂ ਜਾਂਦੀਆਂ ਸਨ। ਤਾਂ ਇਹ ਕੋਈ ਸੌਖਾ ਕਾਰਜ ਨਹੀਂ ਸੀ ਹੋਇਆ ਕਰਦਾ। ਉਦਾਹਰਨ ਦੇ ਤੌਰ ਤੇ ਜੇ ਆਦਮੀ ਇੱਥੇ ਵਿਚਾਲੇ ਖੜਾ ਤਾਂ ਉਹਨੂੰ ਏਦਾਂ ਕਰਕੇ ਉਹਦੇ ਮਗਰ ਤੁਰਨਾ ਪੈ ਰਿਹਾ, ਤਾਂ ਲੱਤਾਂ ਨੂੰ ਜੇ ਆਪਾਂ ਖੋਲ ਕੇ ਬਹੁਤਾ ਟਾਈਮ ਤੁਰਾਂਗੇ ਤਾਂ ਲਾਗਾ ਲੱਗਣ ਦੇ ਚਾਂਸ ਹੁੰਦੇ ਆ, ਭਾਵ ਕਿ ਜ਼ਖਮ ਹੋ ਜਾਂਦੇ ਲੱਤਾਂ ਦੇ ਵਿਚਾਲੇ। ਤਾਂ ਇਹ ਪੁਰਾਣੇ ਬਜ਼ੁਰਗ ਅਸੀਂ ਵੇਖੇ ਆ ਜਿਹੜੇ ਤੁਰਨ ਵੀ ਉਸੇ ਢੰਗ ਨਾਲ ਲੱਗ ਜਾਂਦੇ ਸੀ, ਕਿਉਂਕਿ ਉਹਨਾਂ ਨੇ ਬਲਦਾਂ ਦੇ ਨਾਲ ਖੇਤੀ ਕੀਤੀ ਹੁੰਦੀ ਸੀ। ਉਹਨਾਂ ਸਮਿਆਂ ਵਿੱਚ ਲੋਕਾਂ ਦਾ ਆਪਸ ਵਿੱਚ ਪਿਆਰ ਬਹੁਤ ਹੁੰਦਾ ਸੀ, ਇੱਕ ਦੂਜੇ ਦੀ ਮਦਦ ਕਰਦੇ ਸਨ। ਇੱਕ ਬਲਦ ਵਾਲੇ ਵੀ ਦੂਜੇ ਨਾਲ ਸਾਂਝ ਪਾ ਕੇ ਖੇਤੀ ਕਰਦੇ ਹੁੰਦੇ ਸਨ। ਜਦ ਫਸਲਾਂ ਦੇ ਨਵੇਂ ਬੀਜ ਆਏ, ਕੈਮੀਕਲ ਖਾਦਾਂ ਆਈਆਂ, ਲੋਕਾਂ ਨੇ ਟਿਊਬਵੈਲ ਲਾਏ, ਟਰੈਕਟਰ ਲਾਏ, ਉਸ ਸਮੇਂ ਫਸਲਾਂ ਦੀ ਜ਼ਿਆਦਾ ਪੈਦਾਵਾਰ ਹੋਣ ਲੱਗੀ। ਫਿਰ ਮਸ਼ੀਨਾਂ ਨਾਲ ਦਾਣੇ ਕੱਢਣੇ ਸ਼ੁਰੂ ਹੋਏ। ਹੁਣ ਤਾਂ ਸਾਰਾ ਕੰਮ ਹੀ ਮਸ਼ੀਨਾਂ ਤੇ ਕੰਬਾਈਨਾਂ ਨਾਲ ਹੋਣ ਲੱਗ ਪਿਆ। ਤਾਂ ਫਲੇ ਕੀ ਹੁੰਦੇ ਆ? ਉਮੀਦ ਆ ਵੀ ਇਹਦੀ ਬਣਤਰ ਬਾਰੇ, ਇਹਦੀ ਵਰਤੋਂ ਬਾਰੇ ਸਾਰੀਆਂ ਗੱਲਾਂ ਅਸੀਂ ਪੜ੍ਹ ਲੀਆਂ ਹੋਣਗੀਆਂ, ਸਮਝ ਲੀਆਂ ਹੋਣਗੀਆਂ। ਕਿਹੜੇ ਨਾਮ ਵਰਤੇ ਜਾਂਦੇ ਆ, ਉਹਨਾਂ ਦੇ ਸਮਾਨਾਰਥਕ ਸ਼ਬਦ ਕਿਹੜੇ ਹੁੰਦੇ ਆ, ਸਾਰੀਆਂ ਗੱਲਾਂ ਪੇਪਰ ਦੇ ਨਾਲ ਸੰਬੰਧਿਤ ਹੁੰਦੀਆਂ ਨੇ। ਤਾਂ ਜਿਵੇਂ ਹੀ
ਅੱਜ ਸਾਡੀ खेती आ मशीनीकरण हो चुकिया, तो हर चीज़ ट्रैक्टरां नाल वरती जा रही आ, दाने भी मशीनां नाल कड्ढे जा रहे आ, पर पहलां दाने फलियां दे नाल कड्ढे जांदे सी। एक नंबर दा सवाल तुहाडे सामने आ भी पहलां दाने किवें कड्ढे जांदे सी, तां फले इहदा सही उत्तर आएगा। हुण आपां पढ़ांगे छिकली बारे। छिकली बारे बहुत सारियां चीज़ां दे विचों सवाल बन के आउंदे, आपां पढ़दे आ भी की हुंदियां। पशुओं के मूँह उपर बन्नण लई सण दी रस्सी दे छेकदार बनी गुथली नूं छिकली कहिंदे हन। हुण कमेंट बॉक्स दे विच तुसीं दसोगे भी सण दी रस्सी की हुंदी है, सण की हुंदी आ, कमेंट बॉक्स दे विच इहदा उत्तर दे दिओ, क्योंकि पिछलियां क्लासां दे विच मैं दस के आया भी सण की हुंदी आ। छज भी उहदा ही बनदा, तां करके कई कटरूआं बछरूआं दे बघियाड़ी भी ला दिंदे सन। मधानी लोट लक्कड़ दियां कटरूआं दे मूँह ते लाइयां किल्लियां नूं बघियाड़ी कहिंदे सन। तां बघियाड़ी असीं पढ़िआ भी औरतां दे सिर दा गहना भी हुंदा, पर यह पशुआं दे जिहड़ी मूँह नूं किल्ली लाई जांदी आ उस नूं भी बघियाड़ी कहा जांदा। इह शब्द नूं ध्यान दे नाल समझ के चलिओ। एक शब्द दे वक्रे वक्रे अर्थ हुंदे ने, जदों उहनूं असीं वाकां दे विच वरतदे हां तां उहनां दा कॉन्टैक्सट ते जां उहनां दा अर्थ बदल जांदा हुंदा। हुण इत्थे बघियाड़ी जिहड़ा शब्द आ ओह गहणे दा अर्थ नहीं दे रिहा, ਉਹ ਇੱਥੇ ਕਿ ਕਿੱਲੀ ਦਾ ਅਰਥ ਦੇ ਰਿਹਾ, ਜਿਹੜੀ ਕਟੜੂਆਂ ਬੱਛੂਆਂ ਦੇ ਮੂੰਹ ਦੇ ਉੱਤੇ ਲਾਈ ਜਾਂਦੀ ਸੀ। ਇਸ ਦੀ ਵਰਤੋਂ ਵੱਖ-ਵੱਖ ਪਸ਼ੂਆਂ ਲਈ ਵੱਖ-ਵੱਖ ਮੰਤਵਾਂ ਲਈ ਕੀਤੀ ਜਾਂਦੀ ਸੀ। ਤਾਂ ਕਿਹੜੇ-ਕਿਹੜੇ ਮੰਤਵ ਸੀਗੇ? ਤਾਂ ਸਿੱਧਾ ਇਹੀ ਨਹੀਂ ਹੈ ਵੀ ਛਿੱਕਲੀ ਮੂੰਹ ਨੂੰ ਲਾ ਦਿੱਤੀ ਤੇ ਉਹਦਾ ਮੂੰਹ ਬੰਦ ਕਰ ਦਿੱਤਾ, ਨਹੀਂ। ਇਹਦੇ ਬਾਰੇ ਬੜੀਆਂ ਸੋਹਣੀਆਂ ਗੱਲਾਂ ਨੇ, ਆਪਾਂ ਅੱਗੇ ਪੜ੍ਹਦੇ ਆ। ਜਿਹੜੇ ਕਟੜੂ ਵਛੜੂ ਮਿੱਟੀ ਖਾਂਦੇ ਹੁੰਦੇ ਸਨ ਤਾਂ ਉਹਨਾਂ ਨੂੰ ਛਿੱਕਲੀ ਲਾਈ ਜਾਂਦੀ ਸੀ ਤਾਂ ਜੋ ਉਹ ਮਿੱਟੀ ਨਾ ਖਾ ਸਕਣ। ਅਗਲੀ ਦੂਜੇ ਜਦ ਇਹਨਾਂ ਕਟੜੂਆਂ ਵਛੜਾਂ ਨੂੰ ਵਾੜੇ ਵਿੱਚ ਹੀ ਖੁੱਲਾ ਛੱਡਿਆ ਜਾਂਦਾ ਸੀ ਤਾਂ ਛਿੱਕਲੀ ਲਾਈ ਜਾਂਦੀ ਸੀ ਤਾਂ ਜੋ ਇਹ ਮੱਝਾਂ ਗਾਈਆਂ ਨੂੰ ਚੁੰਗਣ ਤੋਂ ਤੰਗ ਨਾ ਕਰਨ। ਤਾਂ ਦੋ ਚੀਜ਼ਾਂ ਆਪਾਂ ਵੇਖੀਆਂ ਵੀ ਇੱਕ ਤਾਂ ਪਸ਼ੂ ਮਿੱਟੀ ਖਾਂਦੇ ਸੀ ਹਨਾ, ਤੇ ਦੂਜਾ ਵੀ ਜਦੋਂ ਉਹਨਾਂ ਨੂੰ ਵਾੜੇ ਦੇ ਵਿੱਚ ਹੀ ਖੁੱਲਾ ਛੱਡਿਆ ਜਾਂਦਾ ਸੀ। ਤੀਜਾ, ਜਦ ਮੱਝਾਂ ਗਾਈਆਂ ਦੇ ਨਾਲ ਕਟੜੂਆਂ ਵਛੜੂਆਂ ਨੂੰ ਬਾਹਰ ਖੇਤਾਂ ਵਿੱਚ ਚਾਰਨ ਲੈ ਕੇ ਜਾਂਦੇ ਸਨ ਉਸ ਸਮੇਂ ਵੀ ਛਿੱਕਲੀ ਲਾਈ ਜਾਂਦੀ ਸੀ। ਬਲਦਾਂ ਨੂੰ ਜਦ ਬਾਹਰ ਹਲ ਵਾਹੁਣ, ਫਸਲ ਬੀਜਣ ਜਾਂ ਖੂਹ ਚਲਾਉਣ ਲੈ ਕੇ ਜਾਂਦੇ ਸਨ ਉਸ ਸਮੇਂ ਇਹਨਾਂ ਦੇ ਮੂੰਹਾਂ ਤੇ ਛਿੱਕਲੀਆਂ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਰਸਤੇ ਵਿੱਚ ਪੈਂਦੀਆਂ ਫਸਲਾਂ ਨੂੰ ਬਲਦ ਮੂੰਹ ਨਾ ਮਾਰ ਸਕਣ। ਕਈ ਵੇਰ ਜਿੱਥੇ ਵਾਹੀ ਕਰਨੀ ਹੁੰਦੀ ਸੀ ਜਾਂ ਫਸਲ ਬੀਜਣੀ ਹੁੰਦੀ ਸੀ, ਜੇਕਰ ਉਸ ਖੇਤ ਦੇ ਨਾਲ ਚਰੀ, ਮੱਕੀ, ਬਾਜਰਾ ਜਾਂ ਕੋਈ ਹੋਰ ਫਸਲ ਖੜੀ ਹੁੰਦੀ ਸੀ ਉਸ ਸਮੇਂ ਹਲ ਦੇ ਬਾਹਰਲੇ ਪਾਸੇ ਜਿਹੜਾ ਬਲਦ ਜੋੜਿਆ ਹੁੰਦਾ ਸੀ ਉਸ ਦੇ ਛਿੱਕਲੀ ਲਾ ਦਿੱਤੀ ਜਾਂਦੀ ਸੀ ਤਾਂ ਜੋ ਉਹ ਬਲਦ ਨਾਲ ਖੜੀ ਫਸਲ ਨੂੰ ਮੂੰਹ ਨਾ ਮਾਰੇ। ਇਹ ਛਿੱਕਲੀ ਉਸ ਸਮੇਂ ਤੱਕ ਦੇ ਕੇ ਰੱਖੀ ਜਾਂਦੀ ਸੀ ਜਿੰਨੇ ਸਮੇਂ ਤੱਕ ਬਾਹਰ ਖੜੀ ਫਸਲ ਤੱਕ ਬਲਦ ਦਾ ਮੂੰਹ ਨਹੀਂ ਸੀ ਜਾਂਦਾ। ਕਹਿਣ ਦਾ ਮਤਲਬ ਕੀ ਹੋਇਆ, ਅੰਦਰਲਾ ਬਲਦ ਤੇ ਬਾਹਰਲਾ ਬਲਦ ਕੀ ਹੁੰਦਾ। ਉਦਾਹਰਣ ਆਪਾਂ ਵੇਖ ਲੈਂਦੇ ਵੀ ਆ ਮੰਨ ਲਓ ਵੀ ਕਿੱਲਾ ਹੈ ਨਾ, ਇੱਕ ਆ ਕਿੱਲਾ, ਇੱਥੇ ਕੋਈ ਨਾ ਕੋਈ ਫਸਲ ਖੜੀ ਹੋਈ ਆ, ਮੰਨ ਲਓ ਇੱਥੇ ਫਸਲ ਖੜੀ ਹੋਈ ਆ, ਇੱਥੋਂ ਕੇਰਾ ਦੇ ਕੇ ਜਦੋਂ ਬਲਦ ਇੱਧਰ ਨੂੰ ਆਉਣਗੇ ਤਾਂ ਇੱਧਰਲਾ ਜਿਹੜਾ ਬਲਦ ਆ ਇਹ ਕਿਹੜਾ ਬਲਦ ਮੰਨਿਆ ਜਾਏਗਾ? ਬਾਹਰਲੇ ਪਾਸੇ ਵਾਲਾ ਬਲਦ ਮੰਨਿਆ ਜਾਏਗਾ। ਤੇ ਜਿਹੜਾ ਇੱਧਰਲੇ ਪਾਸੇ ਫਸਲ ਆਪਣਾ ਜ਼ਮੀਨ ਦੇ ਇੱਧਰਲੇ ਪਾਸੇ ਆ ਤੇ ਉਹਨੂੰ ਮੰਨਿਆ ਜਾਏਗਾ ਅੰਦਰਲਾ ਬਲਦ। ਤਾਂ ਕਲੀਅਰ ਹੋਈ ਗੱਲ। ਜੇ ਬਾਹਰਲਾ ਬਲਦ ਇੱਧਰਲੇ ਪਾਸੇ ਹੈਗਾ ਤਾਂ ਉਹ ਤਾਂ ਗਵਾਂਢੀਆਂ ਦੀ ਫਸਲ ਖਾ ਜਾਏਗਾ, ਤਾਂ ਝਗੜਾ ਫਿਰ ਇਸੇ ਗੱਲ ਤੋਂ ਹੀ ਤਾਂ ਖੜਾ ਹੁੰਦਾ ਸੀਗਾ ਜੱਟ ਦਾ। ਤਾਂ ਇਹ ਚੀਜ਼ਾਂ ਤੋਂ ਬਚਾਉਣ ਵਾਸਤੇ ਵੀ ਛਿੱਕਲੀ ਲਾਈ ਜਾਂਦੀ ਸੀ ਤਾਂ ਜੋ ਗਵਾਂਢੀਆਂ ਦੇ ਫਸਲ ਦਾ ਉਜਾੜਾ ਨਾ ਕਰੇ। ਬੋਤੇ ਬੋਤੀ ਦੇ ਮੂੰਹ ਤੇ ਵੀ ਛਿੱਕਲੀ ਦਿੱਤੀ ਜਾਂਦੀ ਸੀ। ਹੁਣ ਬੋਤਾ ਬੋਤੀ ਕੀ ਹੁੰਦੇ ਆ? ਊਂਠ ਤੇ ਊਂਠਣੀ ਦੀ ਗੱਲ ਕੀਤੀ ਆ। ਇਸ ਛਿੱਕਲੀ ਦਾ ਆਕਾਰ ਵੱਡਾ ਹੁੰਦਾ ਸੀ, ਇਸ ਕਰਕੇ ਇਸ ਨੂੰ ਛਿੱਕਲਾ ਕਿਹਾ ਜਾਂਦਾ ਸੀ। ਲਓ ਵੀ, ਤਾਂ ਜਿਹੜੀ ਗਾਵਾਂ ਮੱਝਾਂ ਵੈੜ ਕੇ ਹੋਰਾਂ ਤੇ ਲੱਗਦੀ ਸੀ ਉਹਨੂੰ ਛਿੱਕਲੀ ਕਿਹਾ ਜਾਂਦਾ ਸੀ। ਤੇ ਇੱਥੇ ਕੰਨਾਂ ਲਾ ਕੇ ਇਹਦਾ ਆਕਾਰ ਵੱਡਾ ਕਰ ਦਿੱਤਾ, ਇਹਨੂੰ ਆਪਾਂ ਛਿੱਕਲਾ ਕਵਾਂਗੇ, ਜਿਹੜਾ ਬੋਤੀ ਤੇ ਬੋਤੇ ਦੇ ਲੱਗਦਾ ਹੈ। ਸਰਦੀ ਦੇ ਮੌਸਮ ਵਿੱਚ ਬੋਤੇ ਮਸਤੀ ਕਰਦੇ ਹੁੰਦੇ ਸਨ, ਮੱਗੇ ਕੱਢਦੇ ਹੁੰਦੇ ਸਨ, ਇਸ ਲਈ ਬੋਤਿਆਂ ਦੇ ਮੂੰਹ ਤੇ ਵਿਸ਼ੇਸ਼ ਤੌਰ ਤੇ ਛਿੱਕਲਾ ਦਿੱਤਾ ਜਾਂਦਾ ਸੀ। ਬੋਤਾ ਬਹੁਤਾ ਖੌਰੀ ਜਾਨਵਰ ਮੰਨਿਆ ਗਿਆ। ਲਓ ਵੀ, ਊਂਠ ਵਿਗੜਿਆ ਬਹੁਤ ਮਾੜਾ ਹੁੰਦਾ, ਇਹਦੇ ਬਾਰੇ ਅਸੀਂ ਬਹੁਤ ਕਹਾਵਤਾਂ ਕਹਾਣੀਆਂ ਸੁਣੀਆਂ ਹੋਈਆਂ ਨੇ। ਇਸ ਨੂੰ ਜੇਕਰ ਕੋਈ ਜ਼ਿਮੀਂਦਾਰ ਕਿਸੇ ਕੰਮ ਬਦਲੇ ਨਾਜਾਇਜ਼ ਕੁੱਟ ਦਿੰਦਾ ਸੀ ਤਾਂ ਬੋਤਾ ਗੁੱਸਾ ਆਪਣੇ ਮਨ ਵਿੱਚ ਰੱਖਦਾ ਹੁੰਦਾ ਸੀ। ਜਦ ਕਦੇ ਵੀ ਬੋਤੇ ਦਾ ਦਾਅ ਲੱਗਦਾ ਸੀ ਉਹ ਜ਼ਿਮੀਂਦਾਰ ਦੀ ਬਾਹ, ਲੱਤ ਜਾਂ ਸਿਰ ਨੂੰ ਫੜ ਲੈਂਦਾ ਸੀ। ਅਜਿਹੇ ਅੜਬ ਕੁਲੱਛਣੇ ਬੋਤੇ ਬਾਰੇ ਇੱਕ ਟੱਪਾ ਵੀ ਹੈਗਾ ਜਿਹੜਾ ਸਾਨੂੰ ਸੱਭਿਆਚਾਰ ਦੇ ਵਿੱਚ ਵੇਖਣ ਨੂੰ ਮਿਲਦਾ। ਟੁੱਟ ਪੈਣੇ ਦਾ ਕੁਲੱਛਣਾ ਬੋਤਾ, ਚੜ੍ਹਦੀ ਦੇ ਵੱਡੇ ਦੰਦੀਆਂ। ਲਓ ਵੀ, ਤਾਂ ਅਸੀਂ ਆਪ ਆਪਣੇ ਕੰਨੀ ਗੱਲਾਂ ਸੁਣੀਆਂ ਹੋਈਆਂ ਨੇ। ਇੱਥੇ ਚੰਡੀਗੜ੍ਹ ਦੇ ਕੋਲ ਸੁਖਨਾ ਲੇਕ ਆ, ਉੱਥੇ ਬੋਤਾ ਲੈ ਕੇ ਆਉਂਦੇ ਹੁੰਦੇ ਨੇ। ਮੈਂ ਕਈ ਵਾਰੀ ਉਹਨਾਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ। ਉਹਨੇ ਇੱਕ ਬੜੀ ਹੈਰਾਨਗੀ ਵਾਲੀ ਗੱਲ ਸੁਣਾਈ
ਵੀ ਇਹ ਸੇਮ ਗੱਲ ਵੀ ਜਿਹੜਾ ਬੋਤਾ ਹੁੰਦਾ ਨਾ ਉਹ ਆਪਣੇ ਮਨ ਦੇ ਵਿੱਚ ਗੁੱਸਾ ਰੱਖ ਲੈਂਦਾ ਹੁੰਦਾ। ਤਾਂ ਕੀ ਹੋਇਆ, ਉਹਨੇ ਸਾਨੂੰ ਕਿਹਾ ਵੀ ਇੱਕ ਵਾਰੀ ਮੈਂ ਨਾ ਆਪਣੇ ਬੋਤੇ ਨੂੰ ਬੜਾ ਕੁੱਟ ਮਾਰ ਦਿੱਤਾ, ਉਹਦੇ ਮਨ 'ਚ ਗੁੱਸਾ ਆ ਗਿਆ। ਤਾਂ ਮੈਂ ਨਾ ਛੱਤ ਦੇ ਉੱਤੇ ਸੁੱਤਾ ਹੋਇਆ ਸੀ, ਭਾਵ ਕਿ ਐਦਾਂ ਕਰਕੇ ਛੱਤ ਦੇ ਉੱਤੇ ਸੁੱਤਾ ਹੋਇਆ ਸੀਗਾ, ਇੱਥੇ ਕਰਕੇ ਮੈਂ ਸੁੱਤਾ ਹੋਇਆ ਸੀ। ਤਾਂ ਬੋਤੇ ਦਾ ਜਦੋਂ ਦਾ ਲੱਗਿਆ ਉਹ ਪਿੱਛੋਂ ਦੀ ਆ ਕੇ ਨਾ ਉਹਨੇ ਮੇਰਾ ਸਿਰ ਫੜ ਲਿਆ। ਕਹਿਣ ਦਾ ਮਤਲਬ ਵੀ ਬੋਤਾ ਤਾਂ ਵੈਸੇ ਹੀ ਬੜਾ ਉੱਚਾ ਹੁੰਦਾ, ਕੋਠੇ ਨੀਵੇਂ ਸੀਗੇ। ਤਾਂ ਉਹ ਕਹਿੰਦਾ ਵੀ ਉਹਨੇ ਮੇਰਾ ਸਿਰ ਫੜ ਲਿਆ, ਉਹਨੇ ਮੈਨੂੰ ਛੱਡਿਆ ਹੈ ਨਹੀਂ। ਤਾਂ ਉਹਨੇ ਬੜੇ ਦਿਨਾਂ ਬਾਅਦ ਆਪਣੇ ਗੁੱਸੇ ਦਾ ਬਦਲਾ ਲਿਆ। ਤਾਂ ਇੱਥੋਂ ਇਹ ਵੀ ਸਿੱਖਣ ਨੂੰ ਮਿਲਦਾ ਵੀ ਜਾਨਵਰਾਂ ਦੀਆਂ ਵੀ ਬਿਰਤੀਆਂ ਹੁੰਦੀਆਂ ਨੇ, ਉਹਨਾਂ ਦੀ ਵੀ ਸਮਝਣ ਸ਼ਕਤੀ ਹੁੰਦੀ ਆ ਵੀ ਕਿਹੜੇ ਬੰਦੇ ਨੇ ਮੈਨੂੰ ਕਦੋਂ ਮਾਰਿਆ, ਭਾਵ ਕਿ ਉਹਨਾਂ ਦੀ ਯਾਦਦਾਸ਼ਤ ਹੁੰਦੀ ਆ। ਤਾਂ ਜਾਨਵਰਾਂ ਨੂੰ ਕੁੱਟਣਾ ਮਾਰਨਾ ਨਹੀਂ ਚਾਹੀਦਾ। ਜੇਕਰ ਕੋਈ ਬੰਦਾ ਲੋੜੋਂ ਵੱਧ ਬੋਲਦਾ ਹੋਵੇ ਤਾਂ ਦੂਸਰੇ ਬੰਦੇ ਲਈ ਮਾੜੀ ਭਾਸ਼ਾ ਵਰਤਣੋਂ ਨਾ ਹਟੇ ਤਾਂ ਉਸ ਦੇ ਮੂੰਹ ਨੂੰ ਛਿੱਕਲੀ ਦੇਣ ਦਾ ਸ਼ਬਦ ਵੀ ਵਰਤਿਆ ਜਾਂਦਾ। ਉਹ ਕੀ ਵੀ ਟੁੱਟ ਪੈਣਾ ਬੋਲਣੋਂ ਨਾ ਟਲਦਾ, ਇਹਦੇ ਮੂੰਹ ਨੂੰ ਲਾਓ ਛਿੱਕਲੀ। ਤਾਂ ਕਿੱਡੀਆਂ ਸੋਹਣੀਆਂ ਗੱਲਾਂ ਸਾਨੂੰ ਵੇਖਣ ਨੂੰ ਮਿਲਦੀਆਂ ਪਈਆਂ ਨੇ ਵੀ ਟੁੱਟ ਪੈਣਾ ਬੋਲਣੋਂ ਨਾ ਟਲਦਾ, ਇਹਦੇ ਮੂੰਹ ਨੂੰ ਲਾਓ ਛਿੱਕਲੀ। ਤਾਂ ਜਦੋਂ ਲੋਕ ਐਦਾਂ ਹੀ ਆਵਾ ਤਾਵਾ ਬੋਲਦੇ ਰਹਿੰਦੇ ਆ ਉਦੋਂ ਇਹ ਅਕਸਰ ਅਖਾਣ ਜਾਂ ਗੀਤ ਵਰਤਿਆ ਜਾਂਦਾ। ਕਈ ਬੱਚਿਆਂ ਨੂੰ ਦੰਦੀਆਂ ਵੱਢਣ ਦੀ ਜ਼ਿਆਦਾ ਆਦਤ ਹੁੰਦੀ ਹੈ। ਸਾਡੇ ਵੀ ਗਰੁੱਪ ਦੇ ਵਿੱਚ ਛੋਟੇ ਹੁੰਦਿਆਂ ਇੱਕ ਹੁੰਦਾ ਸੀ, ਉਹਦਾ ਨਾਂ ਸੀ ਦੰਦੀਆਂ ਵੱਢਣਾ ਰੱਖਿਆ ਹੋਇਆ ਸੀ। ਅਸੀਂ ਆਪਣੀ ਟਿਊਸ਼ਨ ਤੇ ਜਾਂਦੇ ਹੁੰਦੇ ਸੀ ਤਾਂ ਰਾਹ 'ਚ ਉਹਦਾ ਘਰ ਪੈਂਦਾ ਸੀ। ਤਾਂ ਸਾਨੂੰ ਉਹ 4 ਵਜੇ ਪੂਰਾ ਡਰ ਹੁੰਦਾ ਸੀ ਵੀ ਆਪਣੇ ਘਰ 'ਚੋਂ ਨਿਕਲ ਕੇ ਸਾਨੂੰ ਇਹ ਚੁੰਡੀਆਂ ਤੇ ਦੰਦੀਆਂ ਵੱਢੂਗਾ। ਤਾਂ ਉਹ ਗੱਲ ਮੈਨੂੰ ਇੱਥੇ ਚੇਤੇ ਆਉਂਦੀ ਆ ਵੀ ਉਹਨਾਂ ਦੀਆਂ ਮਾਵਾਂ ਵੀ ਬੱਚਿਆਂ ਨੂੰ ਡਰਾਉਣ ਲਈ ਕਹਿੰਦੀਆਂ ਹੁੰਦੀਆਂ ਸਨ, ਫੜੋ ਇਹਨੂੰ, ਲਿਆਓ ਇਹਦੇ ਮੂੰਹ ਨੂੰ ਛਿੱਕਲੀ ਦਈਏ। ਤਾਂ ਬੜੀਆਂ ਸੋਹਣੀਆਂ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਪਈਆਂ ਨੇ। ਹੁਣ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ, ਬਲਦਾਂ ਨਾਲ ਹਲ ਵਾਹੁੰਦਾ, ਫਸਲ ਬੀਜਦਾ ਕੋਈ ਹੀ ਨਜ਼ਰ ਆਉਂਦਾ, ਆਪਾਂ ਸਾਰੇ ਵੇਖਦੇ ਹਾਂ। ਮੱਝਾਂ ਗਾਈਆਂ ਕਟਰੂਆਂ ਵਛਰੂਆਂ ਨੂੰ ਬਾਹਰ ਚਾਰਨ ਲਈ ਹੁਣ ਕੋਈ ਖੇਤ ਹੀ ਨਹੀਂ ਰਹੇ, ਮੱਝਾਂ ਗਾਈਆਂ ਘਰ ਹੀ ਰਹਿੰਦੀਆਂ ਹਨ। ਬੋਤੇ ਦਾ ਪੰਜਾਬ ਵਿੱਚ ਤਕਰੀਬਨ ਅਲੋਪ ਹੀ ਹੋ ਗਏ ਹਨ। ਇਸ ਲਈ ਛਿੱਕਲੀ ਦੀ ਵਰਤੋਂ ਮਾੜੀ ਮੋਟੀ ਕਿਸੇ ਕਟੜੂ ਵਛੜੂ ਦੇ ਬੇਸ਼ੱਕ ਕੀਤੀ ਜਾਂਦੀ ਆ। ਅਸੀਂ ਵੀ ਆਪਣੇ ਪਿੱਛੇ ਹਵੇਲੀ ਵਾੜੇ ਦੇ ਵਿੱਚ ਜਾਨਵਰ ਭਾਵ ਕਿ ਇਹਨਾਂ ਨੂੰ ਰੱਖਿਆ ਹੋਇਆ, ਸਾਰੀਆਂ ਮੱਝੀਆਂ ਗਾਵਾਂ ਵੱਛੇ ਕਟੜੂ ਸਭ ਰੱਖੇ ਹੋਏ ਆ। ਤੇ ਉਹਨਾਂ ਦੇ ਅਸੀਂ ਆਪ ਛਿੱਕਲੀਆਂ, ਇਹਨਾਂ ਮੈਂ ਹੱਥਾਂ ਦੇ ਨਾਲ ਉਹਨਾਂ ਦੇ ਮੂੰਹ ਨੂੰ ਛਿੱਕਲੀਆਂ ਦਿੰਦਾ ਰਿਹਾ, ਕਿਉਂਕਿ ਅਸੀਂ ਪਹਿਲਾਂ ਜਿਹੜੇ ਪਸ਼ੂ ਨੇ ਉਹ ਬਾਹਰ ਚਰਾਉਣ ਵੀ ਲੈ ਕੇ ਜਾਂਦੇ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਿਆ ਅੱਜ ਕੱਲ ਤਾਂ ਬਣੇ ਬਣਾਏ ਪੱਠੇ ਭਾਵ ਕਿ ਅਚਾਰ ਹੀ ਲਿਆ ਕੇ ਘਰ ਦੇ ਕੋਲ ਸਿੱਟ ਲਿਆ ਜਾਂਦਾ ਤੇ ਹੌਲੀ ਹੌਲੀ ਉਹਨਾਂ ਨੂੰ ਪਾਈ ਜਾਂਦੇ ਆ ਆਪਾਂ। ਤਾਂ ਅੱਜ ਕੱਲ ਉਹ ਵੀ ਇੱਕ ਕਿੱਲੇ ਨਾਲ ਹੀ ਵੱਜ ਕੇ ਰਹਿ ਗਏ ਆ, ਕਿਉਂਕਿ ਸਾਰੀ ਜਗ੍ਹਾ ਹੁਣ ਵਿਅਕਤੀਵਾਦ ਦਾ ਅੱਜ ਕੱਲ ਯੁੱਗ ਆ ਵੀ ਅਸੀਂ ਕੋਈ ਮਾੜਾ ਜਿਹਾ ਮਰਲਾ ਵੀ ਖਾਲੀ ਨਹੀਂ ਛੱਡ ਸਕਦੇ ਵੀ ਜਿਹਦੇ ਵਿੱਚ ਪਸ਼ੂ ਫੇਰ ਸਕਣ। ਬਸ ਉਹਨਾਂ ਨੂੰ ਇੱਕ ਕਿੱਲਾ ਕੱਢ ਦਿੱਤਾ, ਉਹਦੇ ਆਲੇ ਦੁਆਲੇ ਉਹ ਗੇੜੇ ਕੱਢੀ ਜਾਂਦੇ ਆ, ਲੋੜ ਪਈ ਦੁੱਧ ਕੱਢ ਲਿਆ, ਪੱਠੇ ਪਾ ਤੇ ਚਲੋ ਜੀ, ਹਨਾ। ਇੰਨਾ ਮਤਲਬ ਕਿ ਸਵੈ ਕੇਂਦਰਿਤ ਮਨੁੱਖ ਹੋ ਚੁੱਕਿਆ, ਉਹਨੂੰ ਉਹਨਾਂ ਦੀ ਆਜ਼ਾਦੀ ਬਾਰੇ ਵੀ ਹੁਣ ਨਹੀਂ ਪਤਾ। ਤਾਂ ਕਰਾਹ ਕੀ ਹੁੰਦਾ, ਤੀਜੀ ਆਪਾਂ ਗੱਲ ਤੇ ਪਹੁੰਚ ਚੁੱਕੇ ਆ ਜਿਹਨੂੰ ਆਪਾਂ ਕਰਾਹ ਕਹਿੰਦੇ ਆ। ਹੁਣ ਕਰਾਹ ਬਾਰੇ ਆਪਾਂ ਗੱਲਾਂ ਪੜ੍ਹਦੇ ਆ ਵੀ ਕੀ ਹੁੰਦੀਆਂ ਨੇ। ਉੱਚੀ ਨੀਵੀਂ ਜ਼ਮੀਨ ਨੂੰ ਇੱਕ ਪੱਧਰ ਕਰਨ ਵਾਲੇ, ਇੱਕ ਲੈਵਲ ਕਰਨ ਵਾਲੇ ਖੇਤੀ ਸੰਦ ਨੂੰ ਕਰਾਹ ਕਹਿੰਦੇ ਹਨ। ਗੈਰ ਆਬਾਦ ਜ਼ਮੀਨਾਂ ਪਹਿਲਾਂ ਪੱਧਰੀਆਂ ਹੁੰਦੀਆਂ ਸਨ ਅਤੇ ਨਾ ਹੀ ਹੁਣ ਹਨ। ਜਿਵੇਂ ਜਿਵੇਂ ਜ਼ਮੀਨਾਂ ਨੂੰ ਆਬਾਦ ਕੀਤਾ ਜਾਣ ਲੱਗਿਆ ਉੱਥੇ ਖੇਤੀ ਕੀਤੀ ਜਾਣ ਲੱਗੀ, ਜ਼ਮੀਨਾਂ ਨੂੰ ਪੱਧਰਾ ਕੀਤਾ ਜਾਣ ਲੱਗਿਆ। ਪਹਿਲਾਂ ਖੇਤੀ ਸਾਰੀ ਦੀ ਸਾਰੀ ਬਾਰਿਸ਼ਾਂ ਤੇ ਨਿਰਭਰ ਹੁੰਦੀ ਸੀ। ਅਸੀਂ ਸਾਰੇ ਜਾਣਦੇ ਹਾਂ ਜੇ ਬਾਰਿਸ਼ਾਂ ਤੇ ਨਿਰਭਰ ਹੋਏਗੀ ਤਾਂ ਇਸੇ ਤਰ੍ਹਾਂ ਹੀ ਛੱਟਾ ਦੇ ਦਿੱਤਾ ਜਾਂਦਾ ਸੀ ਤਾਂ ਬੀ ਉੱਗ ਜਾਂਦਾ ਸੀ, ਮੀਂਹ ਪੈ ਗਿਆ ਤੇ ਫਸਲ ਉੱਗ ਗਈ, ਨਹੀਂ ਤੇ ਨਾ ਸੀ। ਤਾਂ ਜਿਵੇਂ ਜਿਵੇਂ ਚੀਜ਼ਾਂ ਨੂੰ ਆਬਾਦ ਕੀਤਾ, ਫਸਲਾਂ ਹੋਣ ਲੱਗੀਆਂ, ਕਰਾਹ ਦੀ ਲੋੜ ਪਈ। ਪਹਿਲਾਂ ਉੱਚੀ ਨੀਵੀਂ ਜ਼ਮੀਨ ਜਿਹੋ ਜਿਹੀ ਵੀ ਹੁੰਦੀ ਸੀ ਵਾਹ ਕੇ ਛਿੱਟੇ ਨਾਲ ਬੀਜੀ ਜਾਂਦੀ ਸੀ। ਹੌਲੀ ਹੌਲੀ ਮਨੁੱਖੀ ਸੂਝ ਵੱਧਦੀ ਗਈ, ਬਾਰਿਸ਼ਾਂ ਤੇ ਖੇਤੀ ਦੀ ਨਿਰਭਰਤਾ ਘਟਦੀ ਗਈ। ਸੂਝ ਕੀ ਵਧੀ ਵੀ ਟਿਊਬਵੈਲ ਲਾਏ, ਭਾਵ ਕਿ ਖੂਹ ਲਾਏ, ਹਲਟਾਂ ਆਈਆਂ, ਉਹਨਾਂ ਨਾਲ ਪਾਣੀ ਦੀ ਵਰਤੋਂ ਜ਼ਿਆਦਾ ਵੱਧ ਗਈ ਤਾਂ ਫਿਰ ਖੇਤ ਪੱਧਰੇ ਕਰਨੇ ਸ਼ੁਰੂ ਹੋਏ ਤਾਂ ਫਸਲਾਂ ਵੱਧ ਲਾਉਣ ਲੱਗੇ। ਬਾਰਿਸ਼ਾਂ ਤੇ ਖੇਤੀ ਦੀ ਨਿਰਭਰਤਾ ਘਟਦੀ ਗਈ, ਸਿੰਜਾਈ ਲਈ ਖੂਹ ਲੱਗੇ, ਨਹਿਰਾਂ ਨਿਕਲੀਆਂ। ਉਸ ਸਮੇਂ ਜ਼ਮੀਨਾਂ ਨੂੰ ਪੱਧਰ ਕਰਨ ਦੀ ਲੋੜ ਪਈ ਤਾਂ ਜੋ ਪਾਣੀ ਠੀਕ ਢੰਗ ਨਾਲ ਵੱਧ ਤੋਂ ਵੱਧ ਜ਼ਮੀਨਾਂ ਨੂੰ ਲੱਗ ਸਕੇ। ਸਿਆਣੇ ਕੀ ਕਹਿੰਦੇ ਨੇ ਵੀ ਲੋੜ ਕਾੜ ਦੀ ਮਾਂ ਹੈ। ਸ਼ੁਰੂ ਵਿੱਚ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ, ਇਸ ਲਈ ਪਹਿਲਾਂ ਬਲਦਾਂ ਦੀ ਇੱਕ ਜੋੜੀ ਨਾਲ ਚੱਲਣ ਵਾਲਾ ਕਰਾਹ ਹੋਂਦ ਵਿੱਚ ਆਇਆ। ਕਰਾਹ ਬਣਾਉਣ ਲਈ ਆਮ ਤੌਰ ਤੇ 2 ਜਾਂ 3 ਫੱਟੇ ਲਾਏ ਜਾਂਦੇ ਸਨ। ਕਿੰਨੇ ਫੱਟੇ? 2 ਜਾਂ 3। ਕਹਿਣ ਦਾ ਮਤਲਬ ਇੱਕ ਫੱਟਾ, ਫਿਰ ਇਹਦੇ ਉੱਤੇ ਦੂਜਾ ਫੱਟਾ, ਫਿਰ ਇਹਦੇ ਉੱਤੇ ਤੀਜਾ ਫੱਟਾ। ਤਾਂ ਇਹਨਾਂ ਨੂੰ ਜੋੜ ਕੇ ਕੀ ਹੋ ਗਿਆ ਵੀ 1.5 ਫੁੱਟ ਉੱਚਾ ਬਣ ਗਿਆ। ਇੱਥੇ 2.5 ਬਣ ਗਿਆ ਹੋਊਗਾ, ਜਿਨ੍ਹਾਂ ਨੂੰ ਜੋੜ ਕੇ 2.5 ਫੁੱਟ ਚੌੜਾਈ ਬਣ ਜਾਂਦੀ ਸੀ। ਤਾਂ ਇਹ ਕਿੰਨੀ ਕੁ ਬਣ ਗਈ? 2.5 ਫੁੱਟ ਬਣ ਗਈ, ਉੱਚਾ ਬਣ ਗਿਆ। ਤਾਂ 4 ਫੁੱਟ ਲੰਬਾਈ ਬਣ ਜਾਂਦੀ ਸੀ। ਤਾਂ ਇੱਧਰ ਨੂੰ ਕਿੰਨੀ ਬਣ ਗਈ? 4 ਫੁੱਟ। ਇਹ ਗੱਲਾਂ ਆਪਾਂ ਯਾਦ ਰੱਖਣੀਆਂ ਨੇ, ਬਹੁਤਾ ਵੱਡਾ ਨਹੀਂ ਕਰ ਸਕਦੇ ਕਿਉਂਕਿ ਬਲਦ ਉਹਨੂੰ ਖਿੱਚਣ ਦੇ ਲਈ ਸਮਰੱਥ ਨਹੀਂ ਹੋਣਗੇ। ਇਹਨਾਂ ਫੱਟਿਆਂ ਨੂੰ ਆਪਸ ਵਿੱਚ ਜੋੜਿਆ ਜਾਂਦਾ ਸੀਗਾ। ਅੱਗੇ
ਇਹਨਾਂ ਫੱਟਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਇਹਨਾਂ ਦੇ ਲੰਬਾਈ ਵਾਲੇ ਪਾਸਿਆਂ ਦੇ ਕਿਨਾਰਿਆਂ ਦੇ ਨੇੜੇ ਉੱਪਰ ਤੋਂ ਹੇਠਾਂ ਤੱਕ ਦੋਵੇਂ ਪਾਸੇ 1.5 ਇੰਚ ਚੌੜੀਆਂ ਪੱਤੀਆਂ ਲਾਈਆਂ ਜਾਂਦੀਆਂ ਸਨ, ਕਿਉਂਕਿ ਮਿੱਟੀ ਲੱਕੜ ਨੂੰ ਗਾਲ ਦਿੰਦੀ ਆ। ਇਸ ਕਰਕੇ ਪੱਤੀਆਂ ਲਾਈਆਂ ਜਾਣ ਲੱਗੀਆਂ ਤਾਂ ਜੋ ਕਰਾਹੇ ਦੀ ਜਿਹੜੀ ਲਾਈਫ ਆ ਉਹ ਜ਼ਿਆਦੀ ਰਹਿ ਸਕੇ। ਜੇ ਕਰਾਹਾ ਚੱਲ ਰਿਹਾ ਤਾਂ ਥੱਲੇ ਰੋੜਾ ਆ ਗਿਆ ਤਾਂ ਲੱਕੜ ਨੇ ਵੱਢਿਆ ਜਾਣਾ, ਪਰ ਪੱਤੀ ਨੇ ਉਹਨੂੰ ਟੁੱਟਣ ਤੋਂ ਬਚਾ ਲੈਣਾ। ਇਸ ਕਰਕੇ ਵੀ 1.5 ਇੰਚ ਚੌੜੀਆਂ ਪੱਤੀਆਂ ਲਾਈਆਂ ਜਾਂਦੀਆਂ ਸਨ। ਕਰਾਹ ਦੇ ਹੇਠਲੇ ਪਾਸੇ ਵਾਲੇ ਫੱਟੇ ਨਾਲ 3 ਇੰਚ ਚੌੜੀ ਲੋਹੇ ਦੀ ਪੱਤੀ ਲਾਈ ਜਾਂਦੀ ਸੀ। ਇਹਦਾ ਕੀ ਕੰਮ ਹੁੰਦਾ ਸੀ ਆਪਾਂ ਅੱਗੇ ਪੜ੍ਹਦੇ ਹਾਂ। ਇੱਥੇ ਕੀ ਕਹਿੰਦੇ ਨੇ ਵੀ 1.5 ਇੰਚ ਦੀ ਚੌੜੀ ਪੱਟੀ ਲਾਈ ਜਾਂਦੀ ਹੈ, ਜਿਹੜੀ ਇਦਾਂ ਕਰਕੇ ਥੋੜੀ ਜਿਹੀ ਢਲਾਣ ਦੇ ਵਿੱਚ ਹੁੰਦੀ ਹੈ, ਇਦਾਂ ਕਰਕੇ ਜਿਹੜੀ ਤਿੱਖੀ ਹੁੰਦੀ ਆ, ਇਹੀ ਮਿੱਟੀ ਪੱਟਣ ਦਾ ਕੰਮ ਕਰੇਗੀ। ਕਰਾਹ ਦੇ ਪਿਛਲੇ ਪਾਸੇ ਲੰਬਾਈ ਵਾਲੇ ਹਿੱਸੇ ਦੇ ਕਿਨਾਰਿਆਂ ਦੇ 8 ਇੰਚ ਹਿੱਸੇ ਨੂੰ ਛੱਡ ਕੇ ਦੋ ਡੰਡੇ 2 ਫੁੱਟ ਲੰਮੇ ਪੱਤੀਆਂ ਨਾਲ ਲਾਏ ਜਾਂਦੇ ਸਨ। ਇਹਨਾਂ ਡੰਡਿਆਂ ਦੇ ਉੱਪਰ ਲੰਬਾਈ ਲੋਟ ਇੱਕ ਹੋਰ ਡੰਡਾ ਲਾਇਆ ਜਾਂਦਾ ਸੀ। ਇਸ ਡੰਡੇ ਨੂੰ ਫੜ ਕੇ ਹੀ ਕਰਾਹ ਚਲਾਇਆ ਜਾਂਦਾ ਸੀ। ਕਰਾਹ ਦੇ ਹੇਠਲੇ ਲੱਗੀ ਪੱਤੀ ਤੋਂ 8-9 ਇੰਚ ਉੱਪਰ ਦੇ ਕਿਨਾਰਿਆਂ ਤੇ 1 ਫੁੱਟ ਅੰਦਰ ਕਰਕੇ ਲੋਹੇ ਦੇ 2 ਗੋਲ ਕੁੰਡੇ ਲਾਏ ਹੁੰਦੇ ਸੀ। ਤਾਂ 2 ਆ ਕੁੰਡੇ ਲਾਏ ਹੋਏ ਨੇ ਤੇ ਇੱਥੇ 8 ਜਾਂ 9 ਇੰਚ ਜਗ੍ਹਾ ਛੱਡ ਕੇ ਇੱਥੇ ਡੰਡੇ ਲਾਏ ਨੇ। ਇੱਥੋਂ ਬੰਦਾ ਕਰਾਹ ਨੂੰ ਫੜੇਗਾ ਤੇ ਇਹਨਾਂ ਦੇ ਵਿੱਚ ਕੀ ਆ, ਰੱਸੀਆਂ ਪਾਣਗੇ ਤੇ ਪਣਜਾਲੀ ਦੇ ਨਾਲ ਜੋੜਨਗੇ ਤੇ ਬਲਦ ਉਹਨਾਂ ਨੂੰ ਖਿੱਚਣਗੇ। ਅੱਗੇ ਵੇਖਦੇ ਆ, ਇਹਨਾਂ ਕੁੰਡਿਆਂ ਵਿੱਚ ਹੀ ਕਰਾਹ ਚਲਾਉਣ ਵਾਲੀ ਬਲਦਾਂ ਦੀ ਜੋੜੀ ਦੇ ਗਲ ਪਾਈ ਪਣਜਾਲੀ ਦੇ ਰੱਸੇ ਪਾਏ ਜਾਂਦੇ ਸਨ। ਤਾਂ ਆ ਜਿਹੜੇ ਕੁੰਡੇ ਨੇ ਇਹਨਾਂ ਦੇ ਨਾਲ ਹੀ ਕੀ ਆ ਜੀ, ਰੱਸੀ ਪਾਈ ਜਾਏਗੀ ਜਿਹੜੀ ਬਲਦਾਂ ਦੇ ਨਾਲ ਪਣਜਾਲੀ ਦੇ ਨਾਲ ਜਾ ਕੇ ਅਟੈਚ ਹੋ ਜਾਏਗੀ। ਆ ਮੰਨ ਲਓ ਵੀ ਬਲਦ ਨੇ, ਇੱਥੇ ਉਹਨਾਂ ਦੀ ਪਣਜਾਲੀ ਆ ਤਾਂ ਇੱਥੇ ਇਹ ਰੱਸੀ ਫਿੱਟ ਕਰ ਦਿੱਤੀ ਜਾਂਦੀ ਹੈ ਤਾਂ ਜੋ ਇਹ ਬਲਦ ਕਰਾਹ ਨੂੰ ਹੱਕ ਕੇ ਅੱਗੇ ਲੈ ਜਾਣ। ਨੀਵੇਂ ਹਿੱਸੇ ਤੇ ਮਿੱਟੀ ਛੱਡ ਕੇ ਕਰਾਹ ਨੂੰ ਫੇਰ ਉੱਚੇ ਹਿੱਸੇ ਵੱਲ ਲਿਆਂਦਾ ਜਾਂਦਾ ਸੀ। ਉੱਚੇ ਹਿੱਸੇ ਤੇ ਫੇਰ ਕਰਾਹ ਲਾ ਕੇ ਮਿੱਟੀ ਧੂ ਕੇ ਨੀਵੇਂ ਹਿੱਸੇ ਵੱਲ ਲੈ ਕੇ ਜਾਂਦੇ ਸਨ। ਇਸੇ ਤਰ੍ਹਾਂ ਕਰਾਹ ਦੀ ਵਰਤੋਂ ਕੀਤੀ ਜਾਂਦੀ ਸੀ। ਤਾਂ ਕਰਾਹ ਦਾ ਮੋਟਾ ਜਿਹਾ ਹਿਸਾਬ ਕਿਤਾਬ ਲਾਈਏ ਵੀ ਇਹਦੀ ਬਣਤਰ ਬੜੀ ਸੌਖੀ ਆ। ਇਹਦੀ ਬਣਤਰ ਬਾਰੇ ਕੋਈ ਬਹੁਤੀਆਂ ਡੂੰਘਾਈ ਦੇ ਵਿੱਚ ਗੱਲਾਂ ਨਹੀਂ ਹਨ। ਇੱਕ ਵਾਰੀ ਜੇ ਤੁਹਾਡੇ ਜ਼ਿਹਨ ਦੇ ਵਿੱਚ ਤਸਵੀਰ ਫਿੱਟ ਹੋ ਗਈ ਤਾਂ ਤੁਹਾਨੂੰ ਆਪ ਪਤਾ ਲੱਗ ਜਾਏਗਾ ਵੀ ਇਹ ਕਿੱਦਾਂ ਬਣਦਾ, ਇਹਦੇ ਕਿਹੜੀਆਂ ਚੀਜ਼ਾਂ ਨੇ, ਕਿਹੜੇ ਦੇ ਜੰਤਰ ਲੱਗੇ ਹੋਏ ਨੇ, ਇਹ ਕਿਵੇਂ ਚੱਲਦਾ। ਤਾਂ ਸਿੱਧਾ ਇਹਦੀ ਵਰਤੋਂ ਕੀ ਆ ਵੀ ਉੱਚੇ ਪਾਸੇ ਤੋਂ ਮਿੱਟੀ ਨੀਵੇਂ ਪਾਸੇ ਵੱਲ ਲੈ ਕੇ ਆਉਣੀ ਹੈ। ਜਿੱਥੇ ਖੱਡੇ ਨੇ ਉਹਨਾਂ ਨੂੰ ਭਰ ਦੇਣਾ, ਭਾਵ ਕਿ ਇੱਕ ਲੈਵਲ ਦੇ ਵਿੱਚ ਮਿੱਟੀ ਨੂੰ ਕਰਨ ਦਾ ਕੰਮ ਕਰਾਹ ਤੋਂ ਕੀਤਾ ਜਾਂਦਾ ਸੀ। ਤਾਂ ਕਰਾਹੀ ਆ ਜਿਹੜੀ ਉਹ ਆਕਾਰ ਦੇ ਵਿੱਚ ਛੋਟੀ ਹੋਊਗੀ, ਜਿਹਨੂੰ ਇੱਕ ਬਲਦ ਦੇ ਨਾਲ ਵੀ ਚਲਾਇਆ ਜਾ ਸਕਦਾ। ਜਿਉਂ-ਜਿਉਂ ਜ਼ਮੀਨਾਂ ਹੋਰ ਆਬਾਦ ਹੁੰਦੀਆਂ ਗਈਆਂ, ਫਿਰ 2 ਬਲਦਾਂ ਦੀਆਂ ਜੋੜੀਆਂ ਨਾਲ ਚੱਲਣ ਵਾਲੀ ਕਰਾਹ ਬਣਨ ਲੱਗੇ। ਫਿਰ ਟਿਊਬਵੈਲ ਲੱਗੇ, ਟਰੈਕਟਰਾਂ ਨਾਲ ਖੇਤੀ ਹੋਣ ਲੱਗੀ, ਫਿਰ ਟਰੈਕਟਰਾਂ ਨਾਲ ਚੱਲਣ ਵਾਲੇ ਕਰਾਹ ਬਣੇ। ਵੱਧ ਝਾੜ ਦੇਣ ਵਾਲੀਆਂ ਫਸਲਾਂ ਦੇ ਬੀਜ ਆਉਣ ਤੇ ਟਰੈਕਟਰਾਂ ਲਈ ਕਰਜ਼ਾ ਆਮ ਮਿਲਣ ਕਰਕੇ ਜ਼ਿਮੀਂਦਾਰਾਂ ਨੇ ਸਾਰੀਆਂ ਉੱਚੀਆਂ ਜ਼ਮੀਨਾਂ ਨੂੰ ਕਰਾਹ ਹੁਣ ਸਾਰੇ ਖੇਤ ਹੀ ਪੱਧਰ ਕਰ ਲਏ ਹਨ। ਹੁਣ ਸਾਰੀ ਦੀ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਤਾਂ ਆਪਾਂ ਸ਼ੁਰੂ ਤੋਂ ਲੈ ਕੇ ਜਿੱਥੇ ਅਖੀਰ ਤੱਕ ਪਹੁੰਚਦੇ ਆ ਤਾਂ ਹਰ ਇੱਕ ਗੱਲ ਮਸ਼ੀਨੀਕਰਨ ਕਰਕੇ ਸਾਡੀ ਖਰਾਬ ਹੋਈ ਆ। ਤਾਂ ਸਾਡਾ ਜਿਹੜਾ ਵਿਰਸਾ ਅਲੋਪ ਹੋ ਰਿਹਾ ਹੈ, ਜਿਹਨੂੰ ਅੱਜ ਕੱਲ ਕੋਈ ਨਹੀਂ ਵੇਖ ਰਿਹਾ, ਬਸ ਕਿਤਾਬਾਂ ਦੇ ਵਿੱਚ ਰਹਿ ਗਈਆਂ ਨੇ ਗੱਲਾਂ, ਉਹ ਆਪਾਂ ਪੜ੍ਹ ਰਹੇ ਆ, ਇਹ ਸਾਰਾ ਮਸ਼ੀਨੀਕਰਨ ਦੇ ਨਾਲ ਹੋਇਆ। ਤਾਂ ਅੱਜ ਵੀ ਕਰਾਹ ਦੀ ਵਰਤੋਂ ਹੁੰਦੀ ਆ। ਲੋਹੇ ਦਾ ਬਹੁਤ ਵੱਡਾ ਸਾਰਾ ਕਰਾਹ ਹੁੰਦਾ ਜਿਹਨੂੰ ਟਰੈਕਟਰ ਦੇ ਨਾਲ ਚਲਾਇਆ ਜਾਂਦਾ। ਇਹਦੀ ਹੈ ਵੀ ਜੇ ਇਹ ਵਿਰਸਾ ਅਲੋਪ ਹੋ ਗਿਆ ਤਾਂ ਕਰਾਹ ਵੀ ਖਤਮ ਹੋ ਗਿਆ। ਕਰਾਹ ਦਾ ਰੂਪ ਚੇਂਜ ਹੋ ਗਿਆ, ਭਾਵ ਕਿ ਉਹ ਆਪਣਾ ਰੂਪ ਵਟਾ ਕੇ ਚੀਜ਼ਾਂ ਸਾਹਮਣੇ ਆਈਆਂ ਨੇ, ਲੋੜ ਵੱਧ ਗਈ ਹੈ। ਤਾਂ ਸੁਹਾਗਾ ਤੇ ਸੁਹਾਗੀ ਬਾਰੇ ਹੁਣ ਆਪਾਂ ਗੱਲਾਂ ਕਰਨੀਆਂ ਨੇ। ਬੜੀਆਂ ਸੋਹਣੀਆਂ ਗੱਲਾਂ ਨੇ ਇਹਦੇ ਵਿੱਚ ਵੀ, ਬੜੀਆਂ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਸੁਹਾਗਾ ਤੇ ਸੁਹਾਗੀ ਉਸ ਖੇਤੀ ਸੰਦ ਨੂੰ ਕਹਿੰਦੇ ਸਨ ਜਿਸ ਨੂੰ ਵਾਹੀ ਹੋਈ ਜ਼ਮੀਨ ਵਿੱਚ ਉੱਠੇ ਡਲਿਆਂ ਤੇ ਫੇਰ ਕੇ ਖੇਤ ਪੱਧਰ ਕੀਤਾ ਜਾਂਦਾ ਸੀ। ਤਾਂ ਬਹੁਤ ਸਾਰੇ ਆਪਣੇ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਵਿਦਿਆਰਥੀ ਹੋਣਗੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੋਏਗੀ। ਉਹ ਕਰਾਹ ਤੇ ਸੁਹਾਗੇ ਨੂੰ ਇੱਕੋ ਹੀ ਚੀਜ਼ ਸਮਝਦੇ ਆ। ਇਹ ਕਰਾਹ ਤੇ ਸੁਹਾਗਾ ਇੱਕੋ ਹੀ ਚੀਜ਼ ਨਹੀਂ ਹੁੰਦੀ, ਜਾਂ ਫਲੇ ਜਿਹੜੇ ਹੁੰਦੇ ਨੇ ਉਹ ਇੱਕੋ ਚੀਜ਼ ਨਹੀਂ ਹੁੰਦੀ। ਫਲੇ ਦਾਣੇ ਕੱਢਣ ਵਾਸਤੇ ਵਰਤੇ ਜਾਂਦੇ। ਕਰਾਹ ਉੱਚੀ ਥਾਂ ਤੋਂ ਨੀਵੀਂ ਥਾਂ ਤੇ ਮਿੱਟੀ ਲਿਆਉਣ ਲਈ ਕੰਮ ਕੀਤਾ ਜਾਂਦਾ, ਤੇ ਜਿਹੜਾ ਸੁਹਾਗਾ ਤੇ ਸੁਹਾਗੀ ਹੈ ਨਾ, ਉਹ ਪੱਧਰੀ ਹੋਈ ਜ਼ਮੀਨ ਨੂੰ ਹੀ ਜਿਹੜੇ ਉੱਪਰ ਡਲੇ ਉੱਠੇ ਹੁੰਦੇ ਆ ਉਹਨਾਂ ਨੂੰ ਫੇਣ ਦਾ ਕੰਮ ਕਰਦੀ ਆ, ਡਲਿਆਂ ਤੋਂ ਦੁਬਾਰਾ ਮਿੱਟੀ ਬਣਾਉਣ ਦਾ ਕੰਮ ਕਰਦੀ ਆ। ਸੁਹਾਗੇ ਸੁਹਾਗੀ ਦੀ ਵਰਤੋਂ ਜ਼ਿਮੀਂਦਾਰ ਸੁਹਾਗੇ ਸੁਹਾਗੀ ਉੱਪਰ ਖੜ ਕੇ ਕਰਦਾ ਸੀ। ਤਾਂ ਸੋਹਣੀ ਗੱਲ ਆ ਇੱਥੇ ਦੇਖੋ ਜ਼ਿਮੀਂਦਾਰ ਖੜਿਆ ਹੋਇਆ ਸੁਹਾਗੇ ਦੇ ਉੱਪਰ। ਸੁਹਾਗੇ ਸੁਹਾਗੀ ਨਾਲ ਜ਼ਮੀਨ ਪੱਧਰੀ ਹੋ ਜਾਣ ਕਰਕੇ ਜ਼ਮੀਨ ਵਿੱਚ ਕਾਫੀ ਦੇਰ ਤੱਕ ਗਿੱਲ ਜਾਂ ਨਮੀ ਰਹਿੰਦੀ ਸੀ। ਤਾਂ ਸਿੱਧਾ 1 ਨੰਬਰ ਦਾ ਸਵਾਲ ਬਣ ਗਿਆ ਵੀ ਪਿਛਲੇ ਸਮਿਆਂ ਦੇ ਵਿੱਚ 2-3 ਮਹੀਨਿਆਂ ਤੱਕ ਵੀ
ਮਿੱਟੀ ਦੇ ਵਿੱਚ ਸਿੱਲ ਕਿਵੇਂ ਰੱਖੀ ਜਾਂਦੀ ਹੁੰਦੀ ਸੀ। ਜਿਹੜਾ ਜੂਨ ਜੁਲਾਈ ਦੇ ਵਿੱਚ ਮੀਂਹ ਪੈਂਦਾ ਸੀ, ਅਕਤੂਬਰ ਤੱਕ ਉਹਦੀ ਸਿੱਲ ਕਿਵੇਂ ਰਹਿ ਜਾਂਦੀ ਸੀ, ਉਹ ਸਾਰਾ ਕੰਮ ਸੁਹਾਗੇ ਦਾ ਹੁੰਦਾ ਸੀਗਾ। ਜਦੋਂ ਮੀਂਹ ਪੈ ਗਿਆ ਉੱਤੇ ਸੁਹਾਗਾ ਫੇਰਦਾ, ਮਿੱਟੀ ਨੇ ਥੱਲੇ ਚਲੇ ਜਾਣਾ, ਮਿੱਟੀ ਨੇ ਦਬ ਜਾਣਾ ਤੇ ਉਹ ਜਿਹੜੀ ਸਿੱਲ ਆ ਉਹ ਜਿਉਂ ਦੀ ਤਿਉਂ ਹੀ ਕਾਫੀ ਮਹੀਨਿਆਂ ਤੱਕ ਰਹਿੰਦੀ ਹੁੰਦੀ ਸੀ। ਅੱਗੇ ਪੜ੍ਹਦੇ ਹਾਂ ਆਪਾਂ। ਪਹਿਲੇ ਸਮਿਆਂ ਦੀ ਖੇਤੀ ਕਿਉਂ ਜੋ ਸਾਰੀ ਦੀ ਸਾਰੀ ਬਾਰਿਸ਼ਾਂ ਤੇ ਨਿਰਭਰ ਹੁੰਦੀ ਸੀ, ਇਸ ਲਈ ਖੇਤਾਂ ਵਿੱਚ ਨਮੀ ਗਿੱਲ ਰੱਖਣ ਲਈ ਸੁਹਾਗਾ ਸੁਹਾਗੀ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਸੀ। ਗਿੱਲ ਨਮੀ ਕਾਦੇ ਵਾਸਤੇ ਰੱਖਣੀ ਆ, ਤਾਂ ਜੋ ਸਾਨੂੰ ਸਮੇਂ ਤੇ ਬੀਜ ਬੀਜਣ ਵੇਲੇ ਨਮੀ ਹੋਵੇ, ਕਿਉਂਕਿ ਸੁੱਕੀ ਧਰਤੀ ਦੇ ਵਿੱਚ ਉਹ ਡੈੱਡ ਸੋਇਲ ਹੁੰਦੀ ਆ। ਜਿੰਨਾ ਤੱਕ ਧਰਤੀ ਨੂੰ ਪਾਣੀ ਨਹੀਂ ਹੋਏਗਾ, ਭਾਵ ਕਿ ਗਿੱਲੀ ਨਹੀਂ ਹੋਏਗੀ, ਸਿੱਲ ਨਹੀਂ ਹੋਏਗੀ, ਭੌਂ ਨਹੀਂ ਹੋਏਗੀ, ਆਪਣਾ ਬੀਜ ਉੱਗ ਨਹੀਂ ਸਕਦਾ। ਇਸ ਕਰਕੇ ਸਿੱਲ ਰੱਖਣੀ ਜ਼ਰੂਰੀ ਹੈ। ਤਾਂ ਸਿੱਲ ਰੱਖਣ ਦਾ ਕੰਮ ਸੁਹਾਗਾ ਕਰਦਾ। ਇਸ ਕਰਕੇ ਗੱਲਾਂ ਬਹੁਤ ਇੰਪੋਰਟੈਂਟ ਨੇ। ਇਹ ਨਹੀਂ ਆ ਵੀ ਇੱਕ ਲੱਕੜ ਜੀ ਇਹਦਾ ਕੀ ਕੰਮ ਹੈ, ਨਹੀਂ, ਬਹੁਤ ਵੱਡਾ ਕੰਮ ਹੈ ਇਹਦਾ। ਜਿੱਥੇ ਤੱਕ ਅੱਜ ਸਾਡੀ ਸਿਵਲਾਈਜੇਸ਼ਨ ਖੜੀ ਆ, ਉਹ ਛੋਟੇ ਛੋਟੇ ਜੰਤਰਾਂ ਤੋਂ ਪੈਦਾ ਹੋ ਕੇ ਅੱਜ ਮੌਜੂਦਾ ਸਥਿਤੀ ਦੇ ਵਿੱਚ ਖੜੀ ਆ। ਤਾਂ ਅੱਗੇ ਪੜ੍ਹਦੇ ਹਾਂ ਆਪਾਂ ਵੀ ਜ਼ਮੀਨ ਨੂੰ ਕਈ ਵਾਰ ਵਾਹ ਕੇ ਕਈ ਵਾਰ ਸੁਹਾਗਾ ਸੁਹਾਗੀ ਦੇਣ ਕਾਰਨ ਹੀ ਜੂਨ ਜੁਲਾਈ ਵਿੱਚ ਹੋਈਆਂ ਬਾਰਿਸ਼ਾਂ ਦੀ ਗਿੱਲ ਨਮੀ ਅਕਤੂਬਰ ਨਵੰਬਰ ਤੱਕ ਜਾਂਦੀ ਸੀ। ਇਸ ਰੱਖੀ ਗਿੱਲ ਤੇ ਹੀ ਅਕਤੂਬਰ ਨਵੰਬਰ ਵਿੱਚ ਹਾੜੀ ਦੀ ਫਸਲ ਬੀਜੀ ਜਾਂਦੀ ਸੀ। ਇਸ ਪ੍ਰਸੰਗ ਵਿੱਚ ਇੱਕ ਲੋਕ ਗੀਤ ਹੈਗਾ, ਸੁਣੋ ਏ ਵੀਰਨਾ ਗੱਲ ਸੁਣਾਵਾਂ ਲੋਕ ਮਾਰਦੇ ਵਾਧਾ, ਫੜ ਕੇ ਹਲੀਆ ਵਾਦੇ ਭੌਨੂੰ ਮਗਰੋਂ ਫੇਰੀ ਸੁਹਾਗਾ, ਫੜ ਕੇ ਜਿੰਦਰੇ ਕੱਢਦੇ ਕਿਨਾਰੇ ਵਿੱਚ ਬੀਜਦੇ ਚਰੀ, ਫਲ ਤਾਂ ਹੀ ਰੱਬ ਦੇਊ ਕਿਉਂ ਐਵੇਂ ਸੁਸਤੀ ਫੜੀ। ਕਹਿਣ ਦਾ ਮਤਲਬ ਆ ਵੀ ਜੂਨ ਜੁਲਾਈ ਦਾ ਜਿਹੜਾ ਮੀਂਹ ਪਿਆ, ਫਟਾਫਟ ਸੁਹਾਗਾ ਮਾਰ ਕੇ ਉਹਦੀ ਨਮੀ ਨੂੰ ਸਾਂਭ ਲੈ। ਜੇ ਨਹੀਂ ਸਾਂਭਿਆ ਤਾਂ ਰੱਬ ਨੇ ਤੈਨੂੰ ਫਸਲ ਨਹੀਂ ਦੇਣੀ, ਫਲ ਤੈਨੂੰ ਤਾਂ ਹੀ ਮਿਲਣਾ ਜੇ ਤੂੰ ਕਰਾਮਾਤ ਕੋਈ ਕਰੇਗਾ, ਉੱਠ ਕੇ ਸੁਹਾਗਾ ਫੇਰੇਗਾ, ਕਿਨਾਰਿਆਂ ਦੇ ਉੱਤੇ ਜਿੰਦਰਾ ਫੇਰੇਗਾ। ਜਿੰਦਰੇ ਬਾਰੇ ਵੀ ਤੁਹਾਨੂੰ ਮੈਂ ਗੱਲਾਂ ਪੜਾਉਣੀਆਂ ਵੀ ਜਿੰਦਰਾ ਕੀ ਹੁੰਦਾ, ਇਹ ਸਾਰੀਆਂ ਗੱਲਾਂ ਆਪਾਂ ਪੜਾਂਗੇ। ਤਾਂ ਸਾਡੇ ਸਮਾਜ ਵਿੱਚ ਜੇਠ ਅਤੇ ਭਰਜਾਈ ਦਾ ਸੰਬੰਧ ਰਿਸ਼ਤਾ ਬਹੁਤਾ ਚੰਗਾ ਨਹੀਂ ਰਿਹਾ। ਜੇਠ ਤੇ ਜਠਾਣੀ ਬੜੇ ਹੋਣ ਕਰਕੇ ਉਹਨਾਂ ਦੀ ਘਰ ਦੀ ਕਬੀਲਦਾਰੀ ਵਿੱਚ ਜ਼ਿਆਦਾ ਚੱਲਦੀ ਹੁੰਦੀ ਸੀ, ਅੱਜ ਵੀ ਚੱਲਦੀ ਹੈ। ਭਰਜਾਈ ਤੇ ਉਸ ਦੇ ਘਰ ਵਾਲੇ ਦੀ ਘਰ ਵਿੱਚ ਉਨੀ ਪੁੱਛ ਗਿੱਛ ਤੇ ਆਦਰ ਮਾਣ ਨਹੀਂ ਹੁੰਦਾ ਸੀ, ਜਿਸ ਕਰਕੇ ਭਰਜਾਈ ਆਪਣੇ ਜੇਠ ਤੇ ਮਨੋਂ ਸੜਦੀ ਰਹਿੰਦੀ ਸੀ, ਪਰ ਕਹਿ ਕੁਝ ਨਹੀਂ ਸਕਦੀ। ਜੇਕਰ ਰੱਬ ਸਬਬੋਂ ਜੇਠ ਦੇ ਸੁਹਾਗੇ ਦਿੰਦੇ ਤੋਂ ਕੋਈ ਥੋੜੀ ਸੱਟ ਫੇੜ ਲੱਗ ਜਾਂਦੀ ਸੀ ਤਾਂ ਭਰਜਾਈ ਆਪਣੇ ਮਨ ਵਿੱਚ ਖੁਸ਼ੀ ਵੀ ਮਨਾਉਂਦੀ ਸੀ। ਜੇਠ ਪ੍ਰਤੀ ਮਨੋ ਮਨ ਆਪਣੀ ਪੜਾਸ ਕੱਢਦੀ ਹੋਈ ਉਹ ਕੀ ਕਹਿ ਉੱਠਦੀ ਹੈ, ਧੀਆਂ ਵਾਲੇ ਜੇਠ ਪੁੱਤਾਂ ਵਾਲਾ ਜੇਠ ਆ ਗਿਆ ਨਹੀਂ ਸੁਹਾਗੇ ਹੇਠ। ਲਓ ਵੀ, ਜਿਹੜੀ ਇੰਨੇ ਸਮੇਂ ਦੀ ਪੜਾਸ ਮਨ ਦੇ ਵਿੱਚ ਰੱਖੀ ਆ ਭਰਜਾਈ ਨੇ, ਤਾਂ ਜੇ ਜੇਠ ਦੇ ਮਾੜੀ ਮੋਟੀ ਸੱਟ ਲੱਗ ਗਈ ਆ ਤਾਂ ਉਹਨੇ ਇੱਕ ਗੀਤ ਹੀ ਬਣਾ ਕੱਢਿਆ, ਇੱਕ ਗੀਤ ਬਣਾ ਦਿੱਤਾ ਆਪਣੀ ਮਨ ਦੀ ਪੜਾਸ ਦੇ ਵਿੱਚੋਂ। ਇਹ ਸਤਰਾਂ ਨਿਕਲੀਆਂ ਹੋਈਆਂ ਨੇ। ਭਰਜਾਈ ਨੇ ਜੇਠ ਨੂੰ ਬੜਾ ਤਾਣਾ ਮਾਰਿਆ। ਸੁਹਾਗੇ ਤੇ ਜੱਟ ਸੰਬੰਧੀ ਅਖਾਣ ਵੀ ਬਣੇ ਹੋਏ ਆ, ਪੜ੍ਹੀਏ ਮਾੜਾ ਜਿਹਾ, ਇਹਨਾਂ ਚੋਂ ਪੇਪਰ ਬਣੇਗਾ। ਜੱਟ ਨਾ ਜਾਣੇ ਗੁਣ ਕਰਾ, ਚਣਾ ਨਾ ਜਾਣੇ ਵਾਹ, ਉਸ ਦਾ ਗੁਰੂ ਸੁਹਾਗਾ ਉਸ ਦਾ ਗੁਰੂ ਸ਼ਾ। ਤਾਂ ਕਿੱਡੀਆਂ ਸੋਹਣੀਆਂ ਗੱਲਾਂ ਨੇ। ਜੱਟ ਤੇ ਸੁਹਾਗੇ ਬਾਰੇ ਵੀ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ, ਪੜ੍ਹਨ ਨੂੰ ਮਿਲਦੀਆਂ ਨੇ। ਸੁਹਾਗੇ ਨਾਲ ਸੰਬੰਧਿਤ ਮੁਹਾਵਰਾ ਵੀ ਹੈਗਾ, ਸੁਹਾਗਾ ਫੇਰਨਾ। ਕੀ ਹੁੰਦਾ ਸੁਹਾਗਾ ਫੇਰਨਾ? ਇਹ ਸੋਨੇ ਦੇ ਨਾਲ ਵੀ ਸੰਬੰਧਿਤ ਆ। ਸੋਨੇ ਦੇ ਵਿੱਚ ਸੁਹਾਗਾ ਪਾਇਆ ਜਾਂਦਾ ਤਾਂ ਜੋ ਸੋਨਾ ਛੇਤੀ ਢਲ ਸਕੇ। ਤਾਂ ਇਹ ਇੱਕ ਸ਼ਬਦ ਹੀ ਬਹੁਤੇ ਬਹੁਤੇ ਅਰਥ ਰੱਖਦਾ ਹੁੰਦਾ। ਕਈ ਵਾਰ ਜੱਟ ਦੀ ਪੱਕੀ ਕਣਕ, ਜੌਂ, ਛੋਲਿਆਂ, ਸਰੋਂ, ਤਾਰਾ ਮੀਰਾ ਜਾਂ ਹੋਰ ਕਿਸੇ ਫਸਲ ਤੇ ਗੜੇ ਪੈ ਜਾਂਦੇ ਸਨ, ਜਾਂ ਬਹੁਤੇ ਮੀਂਹ ਦੇ ਨਾਲ ਨਾਲ ਤੇਜ਼ ਝੱਖੜ ਹਨੇਰੀ ਆ ਜਾਂਦੀ ਸੀ, ਉਸ ਨਾਲ ਪੱਕੀ ਫਸਲ ਧਰਤੀ ਤੇ ਡਿੱਗ ਪੈਂਦੀ ਸੀ, ਫਸਲ ਕਿਰ ਜਾਂਦੀ ਸੀ, ਬਹੁਤ ਨੁਕਸਾਨ ਹੋ ਜਾਂਦਾ ਸੀ, ਝਾੜ ਘਟ ਜਾਂਦਾ ਸੀ। ਉਸ ਸਮੇਂ ਜ਼ਿਮੀਂਦਾਰ ਦੇ ਮੂੰਹ ਵਿੱਚੋਂ ਇੱਕੋ ਆਮ ਗੱਲ ਨਿਕਲਦੀ ਸੀ ਵੀ ਫਸਲ ਤੇ ਤਾਂ ਸੁਹਾਗਾ ਹੀ ਫਿਰ ਗਿਆ। ਹੁਣ ਜਿਹੜੀ ਫਸਲ ਆ ਉਹਨੂੰ ਕਿਹੜੀ ਚੀਜ਼ ਖਰਾਬ ਕਰ ਰਹੀ ਆ? ਤੇਲਾ। ਜੇ ਆਪਾਂ ਮੌਜੂਦਾ ਸਥਿਤੀ ਦੀ ਗੱਲ ਕਰੀਏ, ਪਟਿਆਲੇ ਜ਼ਿਲ੍ਹੇ ਦੇ ਵਿੱਚ ਇੰਨਾ ਜ਼ਿਆਦਾ ਤੇਲਾ ਹੋ ਚੁੱਕਿਆ, ਤੇਲਾ ਮੱਛਰ ਦੀ ਇੱਕ ਕਿਸਮ ਆ, ਤਾਂ ਉਹ ਫਸਲਾਂ ਦੇ ਉੱਤੇ ਬਹਿ ਬਹਿ ਕੇ ਉਹਨੇ ਫਸਲਾਂ ਨੂੰ ਖੋਖਲਾ ਕਰ ਦਿੱਤਾ। ਮਾੜੀ ਮੋਟੀ ਵੀ ਜੇ ਹਨੇਰੀ ਆਈ ਤਾਂ ਫਸਲਾਂ ਨੇ ਐਨ ਵਿਛ ਜਾਣਾ। ਤਾਂ ਜ਼ਿਮੀਂਦਾਰ ਨੇ ਇੱਕੋ ਹੀ ਗੱਲ ਕਹਿਣੀ ਆ ਵੀ ਫਸਲ ਤੇ ਤਾਂ ਸੁਹਾਗਾ ਫਿਰ ਗਿਆ। ਅੱਜ ਵੀ ਇਹ ਅਖਾਣ, ਅੱਜ ਵੀ ਇਹ ਮੁਹਾਵਰੇ ਜਿਉਂ ਦੇ ਤਿਉਂ ਪ੍ਰਚਲਿਤ ਨੇ, ਕਿਉਂਕਿ ਫਸਲਾਂ ਨੇ ਰਹਿੰਦੀ ਦੁਨੀਆ ਤੱਕ ਬੀਜਿਆ ਜਾਣਾ ਤੇ ਇਹਨਾਂ ਨੇ ਕਰੋਪੀ ਸਹਿਣੀ ਆ, ਕੁਦਰਤ ਦੀਆਂ ਮਾਰਾਂ ਵੀ ਸਹਿਣੀਆਂ ਨੇ, ਤੇ ਇਹ ਗੱਲਾਂ ਵੀ ਨਾਲੋਂ ਨਾਲ ਜਿਉਂਦੀਆਂ ਰਹਿਣਗੀਆਂ। ਸੁਹਾਗੇ ਸੁਹਾਗੀ ਦੀ ਸ਼ਕਲ ਚਪਟੇ ਸ਼ਤੀਰ ਵਰਗੀ ਹੁੰਦੀ ਸੀ। ਹੁਣ ਤੁਸੀਂ ਦੱਸੋਗੇ ਵੀ ਸ਼ਤੀਰ ਕੀ ਹੁੰਦਾ? ਆਪਾਂ ਪੜ੍ਹਦੇ ਨਹੀਂ ਹੁੰਦੇ, ਜਾਤ ਦੀ ਕੋੜ ਕਿਰਲੀ ਸ਼ਤੀਰਾਂ ਨੂੰ ਜੱਫੇ। ਤਾਂ ਸ਼ਤੀਰ ਇੱਕ ਲੱਕੜ। ਤਾਂ ਇਹ ਦੋ ਸਾਈਜ਼ ਦੇ ਹੁੰਦੇ ਸਨ। ਛੋਟੇ ਸੁਹਾਗੇ ਦਾ ਸਾਈਜ਼ 5-6 ਫੁੱਟ ਦਾ ਹੁੰਦਾ ਸੀ, ਇਸ ਨੂੰ ਸੁਹਾਗੀ ਕਹਿੰਦੇ ਸਨ। ਸਿੱਧਾ ਇੱਕ ਨੰਬਰ ਦਾ ਸਵਾਲ ਬਣੇਗਾ ਵੀ ਜਿਹੜੀ ਸੁਹਾਗੀ ਹੁੰਦੀ ਆ ਉਹ ਕਿੰਨੇ ਕੁ ਫੁੱਟ ਦੀ ਹੁੰਦੀ ਆ?
ਤੇ ਜਿਹੜਾ ਸੁਹਾਗਾ ਹੁੰਦਾ ਉਹ ਕਿੰਨੇ ਫੁੱਟ ਦਾ ਹੁੰਦਾ 10 ਤੋਂ 12 ਫੁੱਟ ਤੱਕ ਇਹਦਾ ਆਕਾਰ ਜਾਂਦਾ ਹੁੰਦਾ। ਤਾਂ ਆਪਾਂ ਬਹੁਤ ਵਾਰੀ ਗੱਲਾਂ ਪੜੀਆਂ ਨੇ ਵੀ ਜਿੱਥੇ ਕੰਨਾ ਲੱਗ ਜਾਂਦਾ ਤੇ ਉਹ ਪੁਲਿੰਗ ਹੁੰਦੇ ਆ, ਜਿੱਥੇ ਬਿਹਾਰੀ ਲੱਗ ਜਾਂਦੀ ਆ ਉਹ ਸ਼ਬਦ ਇਸਤਰੀ ਲਿੰਗ ਹੁੰਦੇ ਆ। ਇਸਤਰੀ ਲਿੰਗ ਜਿਹੜੇ ਸ਼ਬਦ ਹੁੰਦੇ ਨੇ ਉਹ ਆਕਾਰ ਦੇ ਵਿੱਚ ਛੋਟੀਆਂ ਚੀਜ਼ਾਂ, ਨਾਜ਼ੁਕ ਚੀਜ਼ਾਂ, ਕੋਮਲ ਚੀਜ਼ਾਂ ਲਈ ਵਰਤੇ ਜਾਂਦੇ ਆ ਤੇ ਜਿੱਥੇ ਕੰਨਾ ਲੱਗਿਆ ਜਾਂਦਾ ਉਹ ਜ਼ਿਆਦਾਤਰ ਪੁਲਿੰਗ ਹੁੰਦੇ ਆ। ਉਹ ਵਾਲੇ ਸ਼ਬਦ ਹੁੰਦੇ ਆ ਜਿਹੜੇ ਆਕਾਰ ਦੇ ਵਿੱਚ ਬਹੁਤ ਵੱਡੇ ਹੁੰਦੇ ਆ, ਠੋਸ ਹੁੰਦੇ ਆ, ਭਾਰੀਆਂ ਚੀਜ਼ਾਂ ਹੁੰਦੀਆਂ ਨੇ। ਤਾਂ ਲਿੰਗ ਪੁਲਿੰਗ ਵੀ ਆਪਾਂ ਨਾਲੋਂ ਨਾਲ ਇੱਥੋਂ ਸਮਝੀ ਜਾਣਾ, ਸ਼ਬਦਾਂ ਦੇ ਵਿੱਚੋਂ ਸਾਰੀ ਸ਼ਬਦਾਂ ਦੀ ਖੇਡ ਆ। ਆਮ ਤੌਰ ਤੇ ਸੁਹਾਗਾ ਸੁਹਾਗੀ 3 ਚਪਟੀਆਂ ਲੱਕੜਾਂ ਨੂੰ ਜੋੜ ਕੇ ਬਣਾਇਆ ਜਾਂਦਾ ਸੀ। ਤਾਂ ਜਿਵੇਂ ਕਰਾਹ ਨੂੰ ਵੀ 2-3 ਲੱਕੜਾਂ ਨਾਲ ਜੋੜ ਕੇ ਬਣਾਇਆ ਜਾਂਦਾ ਸੀ, ਇਸੇ ਤਰ੍ਹਾਂ ਸੁਹਾਗੇ ਨੂੰ ਵੀ ਲੱਕੜਾਂ ਨਾਲ ਜੋੜ ਕੇ ਬਣਾਇਆ ਜਾਂਦਾ ਸੀ। ਸੁਹਾਗੇ ਦੇ ਫੱਟਿਆਂ ਨੂੰ ਜੋੜਨ ਦੇ ਵਿਚਕਾਰ ਲੱਕੜ ਦੀਆਂ ਗੋਲ ਟੁਕੜੀਆਂ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਮਝੰਨੇ ਕਹਿੰਦੇ ਸਨ। ਲੋ ਵੀ ਮਝੰਨੇ ਕੀ ਹੁੰਦੇ ਨੇ? ਮਝੰਨੇ ਲੱਕੜਾਂ ਨੂੰ ਜੋੜਨ ਵਾਸਤੇ ਜਿਹੜਾ ਗੁਟਕਾ ਪਾਇਆ ਜਾਂਦਾ ਉਹਨੂੰ ਮਝੰਨੇ ਕਿਹਾ ਜਾਂਦਾ। ਇਸ ਤਰ੍ਹਾਂ ਸੁਹਾਗੇ ਸੁਹਾਗੀ ਦੀ ਚੌੜਾਈ 1 ਫੁੱਟ ਤੋਂ 1.5 ਫੁੱਟ ਤੱਕ ਬਣ ਜਾਂਦੀ ਸੀ। ਗੱਲ ਕਲੀਅਰ ਹੋਈ? ਤਾਂ ਜਿਹੜਾ ਸੁਹਾਗਾ ਉਹ 2.5 ਫੁੱਟ ਤੱਕ ਜਾਂਦਾ, ਪਰ ਇਹ 1.5 ਫੁੱਟ ਤੱਕ ਹੀ ਰਹਿ ਜਾਂਦਾ। ਸੁਹਾਗੇ ਸੁਹਾਗੀ ਦੇ ਸਿਰਿਆਂ ਤੋਂ 1.5 ਫੁੱਟ ਛੱਡ ਕੇ ਇੱਕ ਲੱਕੜ ਉੱਪਰ ਲਾਈ ਜਾਂਦੀ ਸੀ, ਜਿਸ ਨੂੰ ਕੰਨੇ ਕਹਿੰਦੇ ਸਨ। ਲੋ ਵੀ ਕੰਨੇ ਕੀ ਹੁੰਦੇ ਨੇ? ਆ ਲੱਗੇ ਹੋਏ ਨੇ ਕੰਨੇ, ਆ ਲੱਗੇ ਹੋਏ ਕੰਨੇ। ਇਹ ਕੰਨੇ ਸੁਹਾਗਾ ਸੁਹਾਗੀ ਦੀਆਂ ਲੱਕੜਾਂ ਨਾਲੋਂ 6 ਇੰਚ ਮੂਹਰੇ ਵੱਲ ਵਧੇ ਹੁੰਦੇ ਸਨ। ਇਹਨਾਂ ਵਧੇ ਹੋਇਆਂ ਹਿੱਸਿਆਂ ਵਿੱਚ ਵਾਢੇ ਪਾਏ ਜਾਂਦੇ ਸਨ। ਵਾਢੇ ਕੀ ਹੁੰਦੇ ਨੇ ਆਪਾਂ ਪੜ੍ਹਦੇ ਹਾਂ। ਇਹਨਾਂ ਵਾਢਿਆਂ ਵਿੱਚ ਹੀ ਬਲਦਾਂ ਦੀਆਂ ਜੋੜੀਆਂ ਦੇ ਗਲ ਵਿੱਚ ਪਾਈਆਂ ਪੰਜਾਲੀਆਂ ਤੇ ਊਠਾਂ ਦੀ ਵਹਿੰਡੀ ਵਿੱਚ ਪਾਏ ਰੱਸੇ ਸੁਹਾਗਾ ਸੁਹਾਗੀ ਨੂੰ ਖਿੱਚਣ ਲਈ ਪਾਏ ਜਾਂਦੇ ਸਨ। ਵਹਿੰਡੇ ਆ ਚੀਜ਼ ਹੁੰਦੀ ਆ, ਮੰਨ ਲਓ ਆ ਚੀਜ਼ ਲਾ ਦਿੱਤੀ ਲੱਕੜ, ਇੱਥੇ ਇਦਾਂ ਕਰਕੇ ਵਹਿੰਡੇ ਪਾਏ ਜਾਂਦੇ, ਆ ਪਾਏ ਜਾਂਦੇ ਸੀ ਵੱਡੇ, ਜਿਨ੍ਹਾਂ ਨੂੰ ਵਾਢੇ ਕਿਹਾ ਜਾਂਦਾ। ਮਾਪ ਕੀ ਹੁੱਕ ਟਾਈਪ ਜਿਹਨੂੰ ਆਪਾਂ ਕਹਿ ਸਕਦੇ ਆ। ਅਸੀਂ ਆਪ ਸੁਹਾਗੇ ਵੇਖਿਆ ਤਾਂ ਉਹ ਆ ਚੀਜ਼ ਬਣੀ ਹੁੰਦੀ ਆ ਜਾਂ ਫਿਰ ਆ ਚੀਜ਼ ਬਣੀ ਹੁੰਦੀ ਆ, ਕੁਝ ਇਦਾਂ ਦੀਆਂ ਚੀਜ਼ਾਂ, ਇਹਨਾਂ ਨੂੰ ਅਸੀਂ ਵਾਢੇ ਕਹਿੰਦੇ ਆ, ਜਿਹਦੇ ਵਿੱਚੋਂ ਰੱਸੀ ਲੰਘਾ ਕੇ ਪੰਜਾਲੀ ਦੇ ਵਿੱਚ ਪਾਈ ਜਾਏਗੀ ਜਾਂ ਵੈਂਡੀ ਦੇ ਵਿੱਚ ਪਾਈ ਜਾਏਗੀ। ਪੰਜਾਲੀ ਤੇ ਵੈਂਡੀ ਦੋ ਬੜੀਆਂ ਇੰਪੋਰਟੈਂਟ ਗੱਲਾਂ ਨਿਕਲ ਕੇ ਆਉਂਦੀਆਂ ਨੇ ਵੀ ਜਿਹੜੀ ਵੈਂਡੀ ਹੁੰਦੀ ਆ ਊਂਠ ਦੇ ਗਲ ਵਿੱਚ ਜਾਂ ਊਂਠਣੀ ਦੇ ਗਲ ਵਿੱਚ ਪਾਈ ਜਾਂਦੀ ਆ, ਪਰ ਜਿਹੜੀ ਪੰਜਾਲੀ ਹੁੰਦੀ ਆ ਉਹ ਬਲਦਾਂ ਦੇ ਗਲ ਵਿੱਚ ਪਾਈ ਜਾਂਦੀ ਹੈ। ਇਹਨਾਂ ਗੱਲਾਂ ਨੂੰ ਸੇਮ ਨਹੀਂ ਸਮਝਣਾ। ਪੰਜਾਲੀ ਊਂਠਾਂ ਦੇ ਗਲ 'ਚ ਨਹੀਂ ਪੈਂਦੀ ਹੁੰਦੀ ਤੇ ਵੈਂਡੀ ਬਲਦਾਂ ਦੇ ਗਲ 'ਚ ਨਹੀਂ ਪੈਂਦੀ ਹੁੰਦੀ, ਇਸ ਕਰਕੇ ਇਹਨਾਂ ਦੇ ਵੱਖਰੇ ਵੱਖਰੇ ਨਾਮ ਲਿਖੇ ਹੋਏ ਆ। ਬਲਦਾਂ ਦੀਆਂ ਜੋੜੀਆਂ ਊਂਠ ਇਹਨਾਂ ਰੱਸਿਆਂ ਨਾਲ ਖਿੱਚ ਕੇ ਹੀ ਸੁਹਾਗਾ ਸੁਹਾਗੀਆਂ ਨੂੰ ਚਲਾਉਂਦੇ ਸਨ। ਜ਼ਿਮੀਦਾਰ ਸੁਹਾਗੇ ਸੁਹਾਗੀਆਂ ਉੱਪਰ ਖੜ ਕੇ ਬਲਦਾਂ ਦੀਆਂ ਜੋੜੀਆਂ ਬੋਤਿਆਂ ਨੂੰ ਕੰਟਰੋਲ ਕਰਕੇ ਸੁਹਾਗਾ ਦਿੰਦੇ ਸਨ। ਇਸ ਤਰ੍ਹਾਂ ਸੁਹਾਗਾ ਸੁਹਾਗੀਆਂ ਨਾਲ ਵਾਹੀ ਹੋਈ ਜ਼ਮੀਨ ਦੇ ਡਲੇ ਭੰਨ ਕੇ ਪੱਧਰੀ ਕੀਤੀ ਜਾਂਦੀ ਸੀ। ਤਾਂ ਗੱਲ ਕਲੀਅਰ ਹੁੰਦੀ ਹੈ ਵੀ ਜਿਹੜਾ ਸੁਹਾਗਾ ਹੈ ਉਹਦੀ ਵਰਤੋਂ ਬਿਲਕੁਲ ਕਰਾਹੇ ਤੋਂ ਵੱਖਰੀ ਆ। ਸੁਹਾਗੇ ਦੀ ਵਰਤੋਂ ਬਿਲਕੁਲ ਵੱਖਰੀ ਆ, ਕਰਾਹੇ ਦੀ ਵਰਤੋਂ ਬਿਲਕੁਲ ਵੱਖਰੀ ਆ। ਤਾਂ ਇਹਦੀ ਬਣਤਰ ਬਾਰੇ ਕੋਈ ਸਾਨੂੰ ਹੁਣ ਸ਼ੰਕਾ ਨਹੀਂ ਰਹਿ ਜਾਣਾ ਚਾਹੀਦਾ। ਹੁਣ ਵਾਹੀ ਹੋਈ ਜ਼ਮੀਨ ਦੇ ਡਲੇ ਭੰਨਣ ਤੇ ਪੱਧਰ ਕਰਨ ਲਈ ਲੋਹੇ ਦੀਆਂ ਇੰਗਲਾਰਨਾਂ ਦੇ ਸੁਹਾਗੇ ਬਣਾਏ ਜਾਂਦੇ ਹਨ, ਜਿਹੜੇ ਟਰੈਕਟਰਾਂ ਨਾਲ ਚੱਲਦੇ ਹਨ। ਲੋਹੇ ਦਾ ਵੀ ਸੁਹਾਗਾ ਆਉਣ ਲੱਗ ਗਿਆ, ਲੱਕੜ ਦਾ ਵੀ ਸੁਹਾਗਾ ਹੁੰਦਾ, ਬਟ ਉਹਨਾਂ ਦਾ ਆਕਾਰ ਬਹੁਤ ਵੱਡਾ ਹੋਣ ਲੱਗ ਗਿਆ ਕਿਉਂਕਿ ਹੁਣ ਟਰੈਕਟਰਾਂ ਦੀ ਹੌਸ ਪਾਵਰ ਹੀ ਇੰਨੀ ਜ਼ਿਆਦਾ ਹੋ ਗਈ ਆ ਕਿ ਉਹ ਇੱਕੋ ਇੱਕ ਗੇੜੇ ਦੇ ਵਿੱਚ 15-15 16-16 ਫੁੱਟ ਦੇ ਸੁਹਾਗੇ ਵੀ ਖਿੱਚਦੇ ਆ। ਲੋਹੇ ਤੇ ਲੱਕੜ ਦੇ ਸੁਹਾਗੇ ਬਣਨ ਲੱਗ ਗਏ ਆ, ਪਰ ਚੱਲਦੇ ਉਹ ਟਰੈਕਟਰਾਂ ਨਾਲ ਹੀ ਆ। ਆਪਾਂ ਆਮ ਘਰਾਂ ਦੇ ਵਿੱਚ ਇਹ ਗੱਲਾਂ ਵੇਖਦੇ ਹੁੰਦੇ ਆ, ਕੋਈ ਨਵੀਆਂ ਗੱਲਾਂ ਨਹੀਂ ਹਨ। ਪਰ ਆਪਾਂ ਜਿਹੜੀ ਗੱਲ ਕਰ ਰਹੇ ਆ ਉਹ ਪੁਰਾਣੀ ਕਰਦੇ ਪਏ ਆ, ਜਿਹੜੀ ਬਲਦਾਂ ਦੇ ਨਾਲ ਇਹ ਸੁਹਾਗਾ ਦਿੱਤਾ ਜਾਂਦਾ ਸੀ। ਤਾਂ ਜਿੰਦਾ ਕੀ ਹੁੰਦਾ ਹੈ? ਇਹ ਵੀ ਇੱਕ ਬੜਾ ਮਹੱਤਵਪੂਰਨ ਸੰਦ ਰਿਹਾ ਖੇਤੀਬਾੜੀ ਦਾ। ਇਹਨਾਂ ਸੰਦਾਂ ਤੋਂ ਬਿਨਾਂ ਖੇਤੀਬਾੜੀ ਬਹੁਤ ਔਖੀ ਹੁੰਦੀ ਸੀ, ਭਾਵ ਕਿ ਨਾਮੁਮਕਿਨ ਸੀ, ਵੀ ਆਪਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਹਨਾਂ ਤੋਂ ਬਿਨਾਂ ਖੇਤੀ ਵੀ ਹੋ ਸਕਦੀ ਆ। ਖੇਤ ਵਿੱਚ ਕਿਆਰੀਆਂ ਦੀਆਂ ਵੱਟਾਂ, ਖੇਤ ਵਿੱਚ ਕਿਆਰਿਆਂ ਦੀਆਂ ਵੱਟਾਂ ਪਾਉਣ ਵਾਲੇ ਲੱਕੜ ਦੇ ਬਣੇ ਇੱਕ ਖੇਤੀ ਸੰਦ ਨੂੰ ਜਿੰਦਾ ਕਹਿੰਦੇ ਸਨ। ਹੁਣ ਵੱਟਾਂ ਕੀ ਹੁੰਦੀਆਂ? ਮੰਨ ਲਓ ਵੀ ਆ ਖੇਤ ਆ, ਇੱਥੇ ਨਾ ਵੱਟਾਂ ਪਾਈਆਂ ਜਾਂਦੀਆਂ ਨੇ, ਛੋਟੀਆਂ ਛੋਟੀਆਂ ਕਿਆਰੀਆਂ ਬਣਾ ਲਈਆਂ ਜਾਂਦੀਆਂ ਨੇ ਤਾਂ ਜੋ ਇੱਕ ਇੱਕ ਕਿਆਰੀ ਦੇ ਵਿੱਚ ਪਾਣੀ ਪਾਇਆ ਜਾ ਸਕੇ, ਲਾਇਆ ਜਾ ਸਕੇ। ਇੱਕ ਜਿੰਦਾ ਹੋਰ ਹੁੰਦਾ ਹੈ ਜੋ ਘਰ ਦੇ ਦਰਵਾਜ਼ੇ, ਘਰ ਤੋਂ ਬਾਹਰ ਜਾਣ ਸਮੇਂ ਘਰ ਦੀ ਰਾਖੀ ਲਈ ਲਾਇਆ ਜਾਂਦਾ। ਤਾਂ ਇਹ ਜਿੰਦਾ ਆ ਜਿਹੜਾ ਇਹ ਖੇਤੀ ਸੰਦ ਦੇ ਨਾਲ ਸੰਬੰਧਿਤ ਆ। ਇੱਕ ਜਿੰਦਾ ਹੁੰਦਾ ਜਿਹੜਾ ਘਰ ਦੇ ਦਰਵਾਜ਼ੇ ਨੂੰ ਵੀ ਲਾਇਆ ਜਾਂਦਾ, ਪਰ ਆਪਾਂ ਜਿਹੜੀ ਗੱਲ ਕਰਨੀ ਆ ਉਹ ਇਸ ਜਿੰਦੇ ਦੀ ਗੱਲ ਕਰਨੀ ਆ ਵੀ ਇਹਦੀ ਬਣਤਰ ਕੀ ਆ, ਇਹ ਬਣਦਾ ਕਿਵੇਂ, ਇਹਨੂੰ ਕਿੰਨੇ ਬੰਦੇ ਚਲਾਉਂਦੇ ਆ, ਕੀ ਇਹਨੂੰ ਚਲਾਉਣ ਵਾਲੇ ਬਲਦਾਂ ਦੀ ਵੀ ਲੋੜ ਹੁੰਦੀ ਆ, ਉਹ ਸਾਰੀਆਂ ਗੱਲਾਂ ਆਪਾਂ ਵੇਖਦੇ ਆ। ਤਾਂ ਕਈ ਇਲਾਕਿਆਂ ਵਿੱਚ ਜਿੰਦੇ ਨੂੰ
ਜਿੰਦਰਾ ਵੀ ਕਿਹਾ ਜਾਂਦਾ। ਹੁਣ ਮੈਨੂੰ ਤੁਸੀਂ ਦੱਸੋਗੇ ਵੀ ਜਿੰਦਾ ਕਿਹੜੇ ਇਲਾਕੇ 'ਚ ਕਿਹਾ ਜਾਂਦਾ ਤੇ ਜਿੰਦਰਾ ਕਿਹੜੇ ਇਲਾਕੇ 'ਚ ਕਿਹਾ ਜਾਂਦਾ। ਆਪਾਂ ਨੂੰ ਬਹੁਤ ਸਾਰੇ ਵਿਦਿਆਰਥੀ ਵੇਖੇ ਆ ਜਿਹੜੇ ਆਪਣੇ ਨਾਲ ਜੁੜ ਕੇ ਬਹਿੰਦੇ ਆ, ਉਹ ਦੱਸਣਗੇ। ਮਾਝਾ, ਮਾਲਵਾ, ਦੁਆਬਾ ਕੇ ਪੁਆਧ ਜਿੰਦਰਾ ਕਿੱਥੇ ਕਿਹਾ ਜਾਂਦਾ ਤੇ ਜਿੰਦਾ ਕਿੱਥੇ ਕਿਹਾ ਜਾਂਦਾ, ਮੈਨੂੰ ਦੱਸ ਦਿਓ ਮਾੜਾ ਜਿਹਾ। ਜਿੰਦੇ ਦਾ ਹੱਥਾ ਆਮ ਤੌਰ ਤੇ ਬਾਂਸ ਦੀ ਮੋਟੀ ਸੋਟੀ ਦਾ ਹੁੰਦਾ ਸੀ। ਲਓ ਵੀ ਆ ਕੀ ਆ, ਹੱਥਾ ਜਿਹੜਾ ਬਾਂਸ ਦੀ ਸੋਟੀ ਦਾ ਹੋਏਗਾ। ਇਹ 5 ਫੁੱਟ ਤੱਕ ਲੰਮਾ ਹੁੰਦਾ ਸੀ। ਲੱਕੜ ਦੇ ਇੱਕ 4 ਫੁੱਟ ਲੰਮੇ ਤੇ ਫੁੱਟ ਕੁ ਚੌੜੇ ਫੱਟੇ ਨੂੰ ਵਿਚਕਾਰ ਤੋਂ ਇਸ ਸੋਟੀ ਨਾਲ ਚੰਗੀ ਤਰ੍ਹਾਂ ਪੱਤੀਆਂ ਨਾਲ ਜੋੜਿਆ ਜਾਂਦਾ ਸੀ। ਆ ਦੇਖੋ ਫੱਟਾ ਇੱਥੇ ਵੀ ਜੁੜ ਗਿਆ। ਆ ਕੀ ਨੇ, ਪੱਤੀਆਂ। ਆ ਪੱਤੀਆਂ ਨਾਲ ਇਸ ਡੰਡੇ ਨੂੰ ਜੋੜ ਲਿਆ। ਇੰਨੀ ਕੁ ਬਣਤਰ ਬਾਰੇ ਸਾਨੂੰ ਪਤਾ ਲੱਗ ਗਿਆ। ਇਸ ਫੱਟੇ ਦਾ ਹੇਠਲਾ 2-3 ਇੰਚ ਹਿੱਸਾ ਟੇਪਰ ਕੀਤਾ ਜਾਂਦਾ ਸੀ। ਇਸ ਟੇਪਰ ਕੀਤੇ ਹਿੱਸੇ ਉੱਪਰ ਮੇਖਾਂ ਨਾਲ ਇੱਕ ਪੱਤੀ ਲਾਈ ਹੁੰਦੀ ਸੀ। ਜਦ ਵੱਟਾਂ ਪਾਉਣ ਸਮੇਂ ਜਿੰਦਾ ਵਰਤਿਆ ਜਾਂਦਾ ਸੀ ਤਾਂ ਇਹ ਪੱਤੀ ਲਾਈ ਵਾਲਾ ਹਿੱਸਾ ਧਰਤੀ ਤੋਂ ਮਿੱਟੀ ਇਕੱਠੀ ਕਰਨ ਲਈ ਬਹੁਤ ਸਹਾਈ ਹੁੰਦਾ ਸੀ। ਤਾਂ ਇਹ ਤਾਂ ਲੱਕੜ ਦਾ ਫਰੇਮ ਹੋ ਗਿਆ। ਅੱਗੇ ਜਿਹੜਾ ਫਰੇਮ ਵਰਤਿਆ ਜਾਏਗਾ ਉਹ ਹੋ ਗਿਆ ਪੱਤੀ। ਟੇਪਰ ਦਾ ਮਤਲਬ ਭਾਵ ਕਿ ਇਸ ਤਰ੍ਹਾਂ ਟੇਪਰ ਕੀਤੀ ਜਾਂਦੀ ਸੀ ਤਾਂ ਜੋ ਜਦੋਂ ਜਿੰਦਰੇ ਨੂੰ ਚਲਾਇਆ ਜਾਊਗਾ ਤਾਂ ਉਹ ਜ਼ਮੀਨ ਤੋਂ ਮਿੱਟੀ ਇਕੱਠੀ ਕਰੇਗਾ ਤੇ ਵੱਟਾਂ ਨੂੰ ਬਣਾਉਣ ਦੇ ਵਿੱਚ ਕੰਮ ਕਰੇਗਾ। ਫੱਟੇ ਦੇ ਦੋਵੇਂ ਸਿਰਿਆਂ ਤੋਂ 8-10 ਇੰਚ ਜਗ੍ਹਾ ਛੱਡ ਕੇ ਅੰਦਰਲੇ ਪਾਸੇ 2 ਲੋਹੇ ਦੇ ਕੁੰਡੇ ਚੰਗੀ ਤਰ੍ਹਾਂ ਫਿੱਟ ਕੀਤੇ ਜਾਂਦੇ ਸੀ। ਆ ਦੇਖੋ ਆ ਕੀ ਨੇ, 2 ਕੁੰਡੇ ਫਿੱਟ ਕੀਤੇ ਹੋਏ ਨੇ। ਅੱਗੇ ਪੜ੍ਹਦੇ ਆ ਹੋਰ ਇਹਦੀ ਬਣਤਰ ਕੀ ਹੁੰਦੀ ਹੈ। ਇਹਨਾਂ ਦੋਵਾਂ ਕੁੰਡਿਆਂ ਵਿੱਚ ਪਤਲੇ ਰੱਸੇ ਪਾਏ ਹੁੰਦੇ ਸਨ। ਇਹ ਰੱਸੇ ਆਮ ਤੌਰ ਤੇ 6-7 ਫੁੱਟ ਤੱਕ ਲੰਮੇ ਹੁੰਦੇ ਸਨ। ਇਹਨਾਂ ਰੱਸਿਆਂ ਦੇ ਸਿਰਿਆਂ ਨੂੰ ਲੱਕੜ ਦੇ 1 ਫੁੱਟ ਤੱਕ ਲੰਮੇ ਡੰਡੇ ਨਾਲ ਬੰਨਿਆ ਹੁੰਦਾ ਸੀ। ਇਸ ਡੰਡੇ ਨੂੰ ਫੜ ਕੇ ਹੀ ਜਿੰਦੇ ਨੂੰ ਖਿੱਚਿਆ ਜਾਂਦਾ ਸੀ। ਤਾਂ ਆ ਦੇਖੋ ਆ ਕੀ ਆ, ਇੱਕ ਡੰਡਾ। ਆ ਕੀ ਲਾਈ ਹੋਈ ਆ, ਰੱਸੀ। ਆ ਪੂਰਾ ਡੰਡਾ ਤੇ ਆ ਰੱਸੀ ਇੱਥੇ ਬੰਨੀ ਹੋਈ ਆ ਜਿਹੜੀ ਜਿੰਦੇ ਨੂੰ ਖਿੱਚਣ ਦੇ ਵਿੱਚ ਸਹਾਈ ਹੋਏਗੀ। ਜਿੰਦੇ ਦੀ ਖੇਤ ਵਿੱਚ ਕਿਆਰਿਆਂ ਦੀਆਂ ਵੱਟਾਂ ਪਾਉਣ ਲਈ ਵਰਤੋਂ ਕੀਤੀ ਜਾਂਦੀ ਸੀ। ਚਾਹੇ ਇਹ ਵੱਟਾਂ ਰੌਣੀ ਕਰਨ ਲਈ ਕਿਆਰਿਆਂ ਦੀਆਂ ਹੋਣ, ਚਾਹੇ ਬੀਜੀ ਫਸਲ ਦੀਆਂ ਹੋਣ, ਚਾਹੇ ਖਾਲ ਬਣਾਉਣ ਲਈ ਹੋਣ। ਤਾਂ ਵੱਟਾਂ ਬਹੁਤ ਤਰ੍ਹਾਂ ਦੀਆਂ ਪਾਈਆਂ ਜਾਂਦੀਆਂ ਨੇ। ਰੌਣੀ ਕਰਨ ਦਾ ਮਤਲਬ ਕੀ ਆ, ਜਦੋਂ ਫਸਲ ਨੂੰ ਪਾਣੀ ਦਿੱਤਾ ਜਾਂਦਾ ਉਹਨੂੰ ਰੌਣੀ ਕਰਨ ਕਿਹਾ ਜਾਂਦਾ। ਪਰ ਰੌਣੀ ਸਿੱਧੀ ਐਵੇਂ ਜ਼ਮੀਨ 'ਚ ਪਾਣੀ ਨਹੀਂ ਸੀ ਛੱਡਿਆ ਜਾਂਦਾ। ਛੋਟੀਆਂ-ਛੋਟੀਆਂ ਕਿਆਰੀਆਂ ਬਣਾਉਣੀਆਂ ਹੁੰਦੀਆਂ ਸੀ ਤਾਂ ਜੋ ਬਹੁਤ ਜਿੰਨੀ ਭਾਵ ਕਿ ਪਾਣੀ ਸਾਰੀ ਜ਼ਮੀਨ ਦੇ ਵਿੱਚ ਫਿਰ ਕੇ ਖਰਾਬ ਨਾ ਹੋਵੇ, ਕਿਉਂਕਿ ਪਾਣੀ ਬਹੁਤ ਲਿਮਟਿਡ ਸੀਗਾ, ਘੱਟ ਹੁੰਦਾ ਸੀ। ਤਾਂ ਥੋੜੀਆਂ-ਥੋੜੀਆਂ ਕਿਆਰੀਆਂ ਕਰਕੇ ਥੋੜੀਆਂ-ਥੋੜੀਆਂ ਕਿਆਰੀਆਂ ਭਰ ਕੇ ਪੂਰੇ ਖੇਤ ਨੂੰ ਭਰਿਆ ਜਾਂਦਾ ਸੀਗਾ। ਇਹ ਕਹਿਣ ਦਾ ਮਤਲਬ ਆ ਇੱਥੇ। ਤੇ ਚਾਹੇ ਬੀਜੀ ਫਸਲ ਦੀਆਂ ਹੋਣ, ਚਾਹੇ ਖਾਲ ਬਣਾਉਣ ਲਈ। ਖਾਲ ਕੀ ਹੁੰਦੀ ਆ, ਜਿੱਥੋਂ ਹਲਟਾਂ ਦਾ ਪਾਣੀ ਦੂਰ ਤੱਕ ਖੇਤਾਂ ਤੱਕ ਲਿਜਾਇਆ ਜਾਂਦਾ ਸੀ ਉਹਨੂੰ ਅਸੀਂ ਖਾਲ ਕਹਿੰਦੇ ਆ। ਜਿੰਦੇ ਦੀ ਵਰਤੋਂ 2 ਆਦਮੀਆਂ ਨਾਲ ਕੀਤੀ ਜਾਂਦੀ ਆ। ਤਾਂ ਸਿੱਧਾ ਹੀ ਪਤਾ ਲੱਗ ਗਿਆ ਵੀ ਇਹਦੇ ਵਿੱਚ ਬਲਦਾਂ ਦੀ ਵਰਤੋਂ ਨਹੀਂ ਹੁੰਦੀ। ਜਿਹੜਾ ਜਿੰਦਾ ਜਾਂ ਜੰਦਰਾ ਹੁੰਦਾ ਉਹ 2 ਆਦਮੀਆਂ ਦੀ ਸਹਾਇਤਾ ਨਾਲ ਹੀ ਚੱਲ ਸਕਦਾ, 1 ਆਦਮੀ ਵੀ ਨਹੀਂ ਚਲਾ ਸਕਦਾ। ਜਿੱਥੇ ਕਿਆਰਿਆਂ ਦੀਆਂ ਜਾਂ ਖਾਲ ਦੀਆਂ ਵੱਟਾਂ ਪਾਉਣੀਆਂ ਹੁੰਦੀਆਂ ਸਨ ਉੱਥੇ ਪਹਿਲਾਂ ਇੱਕ ਆਦਮੀ ਜਿਸ ਥਾਂ ਤੇ ਵੱਟ ਪਾਉਣੀ ਹੁੰਦੀ ਸੀ ਉਸ ਥਾਂ ਤੇ ਜਾ ਖੜਦਾ ਸੀ। ਦੂਸਰਾ ਆਦਮੀ ਉਸ ਦੇ ਸਾਹਮਣੇ ਖੜੇ ਆਦਮੀ ਦੀ ਸੇਧ ਵਿੱਚ ਪੈਰ ਨਾਲ ਲਕੀਰ ਖਿੱਚਦਾ ਜਾਂਦਾ ਸੀ। ਇਸ ਤਰ੍ਹਾਂ ਪਹਿਲਾਂ ਉਸ ਖੇਤ ਵਿੱਚ ਲਕੀਰਾਂ ਕੱਢ ਲਈਆਂ ਜਾਂਦੀਆਂ ਸਨ। ਇਹ ਵੱਟਾਂ ਅਸੀਂ ਆਪਣੇ ਇਹਨਾਂ ਹੱਥਾਂ ਨਾਲ ਪਾਈਆਂ ਹੋਈਆਂ ਨੇ। ਇਹ ਜੰਦਰੇ ਅੱਜ ਵੀ ਸਾਡੇ ਕੋਲ ਨੇ। ਬੇਸ਼ੱਕ ਟਰੈਕਟਰਾਂ ਵਾਲੇ ਜੰਦਰੇ ਵੀ ਆ ਚੁੱਕੇ ਨੇ, ਫਟਾਫਟ ਵੱਟਾਂ ਪੈ ਜਾਂਦੀਆਂ ਨੇ, ਪਰ ਕਿਤੇ ਨਾ ਕਿਤੇ ਇਹਨਾਂ ਦੀ ਵੀ ਅੱਜ ਕੱਲ ਲੋੜ ਹੁੰਦੀ ਆ। ਇਹਦੀ ਵਰਤੋਂ ਕਿਵੇਂ ਆ ਵੀ ਆ ਇੱਥੇ ਜਿੰਦਰਾ ਹੈਗਾ, ਠੀਕ ਆ, ਇੱਕ ਬੰਦਾ ਤਾਂ ਆ ਖੜਿਆ ਹੋਇਆ ਇਹਨੂੰ ਫੜ ਕੇ, ਠੀਕ ਆ, ਪਿੱਛੋਂ ਦੀ ਇਹਨੂੰ ਫੋਰਸ ਕਰੇਗਾ ਤੇ ਇੱਥੇ ਜਿਹੜੀ ਰੱਸੀ ਪਾਈ ਹੋਈ ਆ ਤੇ ਇੱਕ ਬੰਦਾ ਇਹਨੂੰ ਐ ਸਾਹਮਣੇ ਤੋਂ ਖਿੱਚੇਗਾ, ਐਦਾਂ ਕਰਕੇ ਇਹਨੂੰ ਸਾਹਮਣੇ ਤੋਂ ਖਿੱਚਦਾ ਹੁੰਦਾ। ਫਿਰ ਇੱਕ ਆਦਮੀ ਜਿੰਦੇ ਦੇ ਹੱਥੇ ਨੂੰ ਫੜ ਕੇ ਲਕੀਰ ਵਾਲੀ ਥਾਂ ਤੋਂ ਥੋੜੀ ਦੂਰ ਜਿੰਦੇ ਨੂੰ ਰੱਖਦਾ ਸੀ। ਤਾਂ ਆ ਕੀ ਆ, ਹੱਥਾ। ਇਹਨੂੰ ਫੜ ਕੇ ਜਿੱਥੇ ਵੱਟ ਪਾਉਣੀ ਆ ਥੋੜੀ ਦੂਰ ਐਦਾਂ ਫੋਰਸ ਦੇ ਕੇ ਦੱਬਦਾ ਹੁੰਦਾ ਸੀ ਤਾਂ ਜੋ ਮਿੱਟੀ ਇਕੱਠੀ ਹੋ ਸਕੇ ਤੇ ਸਾਹਮਣੇ ਵਾਲਾ ਬੰਦਾ ਉਹਨੂੰ ਐਦਾਂ ਕਰਕੇ ਖਿੱਚਦਾ ਹੁੰਦਾ ਸੀ। ਤਾਂ ਫਿਰ ਜਿੰਦੇ ਨੂੰ 2 ਹੱਥਾਂ ਨਾਲ ਧਰਤੀ ਤੇ ਦਬਾਉਂਦਾ ਸੀ। ਦੂਸਰਾ ਆਦਮੀ ਜਿੰਦੇ ਵਿੱਚ ਪਾਏ ਰੱਸਿਆਂ ਨਾਲ ਜਿੰਦਾ ਖਿੱਚਦਾ ਸੀ। ਇਹਦੇ ਨਾਲ ਜਿੰਦਾ ਖਿੱਚਦਾ ਸੀ। ਜਿੰਦੇ ਖਿੱਚਣ ਨਾਲ ਆਈ ਮਿੱਟੀ ਨੂੰ ਲਕੀਰ ਵਾਲੀ ਥਾਂ ਤੇ ਛੱਡ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜਦ ਪੂਰੇ ਕਿਆਰੇ ਦੀ ਇੱਕ ਪਾਸੇ ਤੋਂ ਵੱਟ ਪੈ ਜਾਂਦੀ ਸੀ ਤਾਂ ਫਿਰ ਜਿੰਦੇ ਨੂੰ ਵੱਟ ਦੇ ਦੂਸਰੇ ਪਾਸੇ ਲਾ ਕੇ ਇਸ ਪਾਈ ਵੱਟ ਨਾਲ ਹੋਰ ਮਿੱਟੀ ਲਾਈ ਜਾਂਦੀ ਸੀ। ਇਸ ਤਰ੍ਹਾਂ ਇੱਕ ਕਿਆਰੇ ਦੀ ਵੱਟ ਪੈਂਦੀ ਸੀ। ਇਸ ਤਰ੍ਹਾਂ ਫਿਰ ਪੂਰੇ ਖੇਤ ਦੀਆਂ ਵੱਟਾਂ ਪਾਈਆਂ ਜਾਂਦੀਆਂ ਸਨ। ਤਾਂ ਉਮੀਦ ਕਰਦਾ ਵੀ ਤੁਹਾਨੂੰ ਜਿੰਦਰੇ ਬਾਰੇ ਕੱਲੀ ਗੱਲ ਦਾ ਪਤਾ ਲੱਗ ਗਿਆ ਹੋਵੇਗਾ। ਇਹਦੇ ਕੱਲੇ ਨਾਮ ਬਾਰੇ ਪਤਾ ਲੱਗ ਗਿਆ ਹੋਵੇਗਾ ਵੀ ਕੀ ਹੁੰਦਾ, ਕਿੱਥੇ ਪੱਤੀ ਲੱਗਦੀ ਹੈ, ਕਿੰਨੇ ਇੰਚ ਦੀ ਲੱਗਦੀ ਹੈ, ਇਹਦਾ ਕੰਮ ਕੀ ਹੁੰਦਾ।
ਕਿੰਨੇ ਬੰਦੇ ਚਲਾਉਂਦੇ ਆ, ਇਹਦੇ ਨਾਲ ਸੰਬੰਧਿਤ ਅਖਾਣ ਕੀ ਨੇ, ਮੁਹਾਵਰੇ ਕੀ ਨੇ, ਉਹ ਆਪਾਂ ਪੜ੍ਹਦੇ ਹਾਂ। ਪਹਿਲਾਂ ਸਾਰੀ ਖੇਤੀ ਬਲਦਾਂ ਊਠਾਂ ਨਾਲ ਕੀਤੀ ਜਾਂਦੀ ਸੀ। ਖੇਤਾਂ ਨੂੰ ਪਾਣੀ ਹਲਟਾਂ ਨਾਲ ਦਿੱਤਾ ਜਾਂਦਾ ਸੀ। ਇਸ ਲਈ ਛੋਟੇ ਛੋਟੇ ਕਿਆਰੇ ਪਾਏ ਜਾਂਦੇ ਸਨ ਤਾਂ ਜੋ ਕਿਆਰਿਆਂ ਵਿੱਚ ਛੇਤੀ ਪਾਣੀ ਲੱਗ ਸਕੇ। ਇਸ ਲਈ ਉਹਨਾਂ ਸਮਿਆਂ ਵਿੱਚ ਜਿੰਦੇ ਦੀ ਬਹੁਤ ਵਰਤੋਂ ਹੁੰਦੀ ਸੀ। ਹੁਣ ਤਾਂ ਕਿਆਰਿਆਂ ਦੀਆਂ ਵੱਟਾਂ ਹੁਣ ਟਰੈਕਟਰ ਨਾਲ ਹੀ ਪਾਈਆਂ ਜਾਂਦੀਆਂ ਨੇ। ਫਿਰ ਉਹੀ ਗੱਲ ਆ ਗਈ ਵੀ ਸਾਡਾ ਸਾਰਾ ਵਿਰਸਾ ਮਸ਼ੀਨੀਕਰਨ ਕਰਕੇ ਅਲੋਪ ਹੁੰਦਾ ਜਾ ਰਿਹਾ ਹੈ। ਤਾਂ ਤੁਹਾਡਾ ਕੋਈ ਵੀ ਸਵਾਲ ਹੋਏਗਾ, ਤੁਹਾਡੀ ਕੋਈ ਵੀ ਕੁਆਰੀ ਹੋਏਗੀ, ਤੁਹਾਡਾ ਕੋਈ ਵੀ ਸੁਝਾਅ ਹੋਏਗਾ, ਉਹ ਮੇਰੇ ਤੱਕ ਪਹੁੰਚਦਾ ਕਰੋ। ਕਮੈਂਟ ਬਾਕਸ ਬਿਲਕੁਲ ਖਾਲੀ ਹੁੰਦਾ, ਉੱਥੇ ਆਪਣੇ ਸੁਝਾਅ ਦਿਆ ਕਰੋ। ਇਹ ਗੱਲਾਂ ਬੇਸ਼ੱਕ ਪੇਪਰਾਂ 'ਚ ਨਾ ਆਉਣ, ਪਰ ਸਾਨੂੰ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਅਸੀਂ ਪੰਜਾਬ ਦੇ ਜਾਏ ਆ, ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ। ਅੱਜ ਕੱਲ ਸਾਰੀਆਂ ਚੀਜ਼ਾਂ ਬਣੀਆਂ ਬਣਾਈਆਂ ਹੋ ਗਈਆਂ ਨੇ, ਅਸੀਂ ਇੰਨੇ ਸੀਮਤ ਹੋ ਗਏ ਆ, ਚਾਰ ਦੀਵਾਰੀ ਦੇ ਵਿੱਚ ਐਨ ਟੇਬਲਾਂ ਤੇ ਐਨ ਬੈਠੇ ਹੋਏ ਆ, ਸਾਨੂੰ ਕੁਝ ਨਹੀਂ ਪਤਾ ਬਾਹਰ ਕੀ ਹੋ ਰਿਹਾ ਜਾਂ ਪਿੱਛੇ ਕੀ ਹੋ ਚੁੱਕਿਆ। ਤਾਂ ਸਾਨੂੰ ਪੰਜਾਬ ਬਾਰੇ ਘੱਟੋ ਘੱਟ ਇਹ ਗੱਲਾਂ ਵੇਖਣ ਨੂੰ ਮਿਲਣ। ਇਹਨਾਂ ਗੱਲਾਂ ਨੂੰ ਪੇਪਰ ਦੇ ਵਿੱਚ ਪੁੱਛਣ ਦੀ ਲੋੜ ਹੀ ਕਿਉਂ ਪਈ, ਸਵਾਲ ਇੱਥੋਂ ਪੈਦਾ ਹੁੰਦਾ, ਕਿਉਂਕਿ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਹੈ। ਤਾਂ ਪੇਪਰਾਂ ਦੇ ਵਿੱਚ ਪੁੱਛੇ ਜਾਣ ਦਾ ਮਹੱਤਵ ਸਿਰਫ ਇੰਨਾ ਹੀ ਹੈ ਤਾਂ ਜੋ ਬਹਾਨੇ ਨਾਲ ਬੱਚੇ ਆਪਣੇ ਵਿਰਸੇ ਨੂੰ ਪੜ੍ਹਨ। ਜਦੋਂ ਉਹ ਪੜ੍ਹਨਗੇ ਤਾਂ ਉਹਨਾਂ ਨੂੰ ਗੱਲਾਂ ਯਾਦ ਹੋਣਗੀਆਂ, ਤਾਂ ਉਹ ਪੰਜਾਬ ਦੇ ਉੱਤੇ ਮਾਣ ਕਰ ਸਕਦੇ ਆ ਵੀ ਸਾਡਾ ਪੰਜਾਬ ਕਿਹੜੇ ਕਿਹੜੇ ਪੜਾਵਾਂ ਤੋਂ ਮੌਜੂਦਾ ਸਥਿਤੀ ਦੇ ਉੱਤੇ ਆ ਕੇ ਖੜਿਆ ਹੋਇਆ। ਕੋਈ ਵੀ ਤਬਦੀਲੀ ਰਾਤੋਂ ਰਾਤ ਨਹੀਂ ਵਾਪਰਦੀ ਹੁੰਦੀ। ਸਾਡੇ ਬਜ਼ੁਰਗਾਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ, ਜਿੱਥੇ ਜਿੱਥੇ ਲੋੜ ਪਈ ਆ ਉਹੋ ਜੇ ਖੇਤੀ ਦੇ ਸੰਦ ਉਹਨਾਂ ਨੇ ਈਜਾਦ ਕੀਤੇ ਆ, ਆਪਣੇ ਹੱਥਾਂ ਨਾਲ ਵੀ ਫਸਲਾਂ ਬੀਜੀਆਂ ਨੇ, ਫਿਰ ਉਹਨਾਂ ਨੇ ਸੰਦਾਂ ਤੱਕ ਉਹ ਪਹੁੰਚੇ ਹੋਏ ਆ, ਜੇ ਟਰੈਕਟਰਾਂ ਤੱਕ ਪਹੁੰਚ ਗਿਆ, ਜੇ ਡਰਾਉਣ ਨਾਲ ਖੇਤੀ ਹੋਣ ਲੱਗ ਗਈ ਆ, ਅਸੀਂ ਸਾਰੇ ਜਾਣਦੇ ਆ ਹਨਾ ਵੀ ਇੰਨਾ ਜ਼ਿਆਦਾ ਮਸ਼ੀਨੀਕਰਨ ਹੋਇਆ। ਬੇਸ਼ੱਕ ਚੇਂਜ ਹੈ ਜਿਹੜਾ ਉਹ ਜ਼ਰੂਰੀ ਆ, ਸਮੇਂ ਦੀ ਲੋੜ ਆ, ਮੰਗ ਆ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਇਹ ਵੀ ਜ਼ਰੂਰੀ ਨੇ। ਇਹ ਕਦੀ ਵੀ ਪੋਸੀਬਲ ਨਹੀਂ ਹੋ ਸਕਦਾ ਵੀ ਇਹਨਾਂ ਸਾਰੇ ਸੰਦਾਂ ਨਾਲ ਹੁਣ ਦੁਬਾਰਾ ਖੇਤੀ ਸ਼ੁਰੂ ਹੋ ਸਕੇ। ਨਾ ਹੀ ਕਿਸੇ ਕੋਲ ਇੰਨਾ ਟਾਈਮ ਆ, ਤੇ ਡਿਮਾਂਡ ਬਹੁਤ ਜ਼ਿਆਦੀ ਆ ਫਸਲਾਂ ਦੀ, ਤਾਂ ਇਹਨਾਂ ਦੇ ਨਾਲ ਵਕਤ ਬੜਾ ਜ਼ਾਇਆ ਹੁੰਦਾ ਸੀ। ਇਸ ਕਰਕੇ ਜਦੋਂ ਡਿਮਾਂਡ ਵੱਧਦੀ ਆ ਤਾਂ ਉਦੋਂ ਉਹਨੂੰ ਪੈਦਾਵਾਰ ਨੂੰ ਵਧਾਉਣ ਵਾਸਤੇ ਖੇਤੀ ਦੇ ਜਿਹੜੇ ਸੰਦ ਨੇ ਉਹਨਾਂ ਨੂੰ ਵੀ ਵੱਡਾ ਕਰਨਾ ਪਿਆ, ਤਾਂ ਹੀ ਅੱਜ ਇੰਨੀ ਤਬਦੀਲੀ ਆ ਕੇ ਖੜੀ ਆ। ਹਰੀ ਕ੍ਰਾਂਤੀ ਸਾਰੀ ਇਹਦੇ ਨਾਲ ਹੀ ਸੰਬੰਧਿਤ ਆ। ਉਦੋਂ ਹੀ ਸਾਡੇ ਵਿਰਸੇ ਦੇ ਉੱਤੇ ਪੂਰੀ ਐਨ ਮਤਲਬ ਕੈਂਚੀ ਲੱਗ ਗਈ ਸੀ ਵੀ ਆਹ ਜਿਹੜਾ ਵਿਰਸਾ ਇਹ ਸਾਂਭੀ ਬੈਠੇ ਆ ਪੰਜਾਬ ਵਾਲੇ, ਇਹਨੂੰ ਹੁਣ ਠੰਡੇ ਬਸਤੇ ਪਾ ਦਿਓ। ਹੁਣ ਤੁਹਾਨੂੰ ਅਸੀਂ ਟਰੈਕਟਰ ਦੇਵਾਂਗੇ, ਸਬਸਿਡੀਆਂ ਦੇਵਾਂਗੇ, ਵੱਡੇ ਵੱਡੇ ਸੰਦ ਦੇਵਾਂਗੇ, ਤੇ ਆਪਣੀ ਖੇਤੀ ਨੂੰ ਬਹਾਲ ਕਰੋ। ਨਹਿਰਾਂ ਕੱਢਤੀਆਂ, ਪਾਣੀ ਕੱਢਦੇ, ਟਿਊਬਵੈਲ ਲਾ ਗਏ, ਤੇ ਅੱਜ ਕੱਲ ਇਹ ਗੱਲਾਂ ਠੰਡੇ ਵਸਤੇ ਪਈਆਂ ਹੋਈਆਂ, ਪਰ ਫਿਰ ਵੀ ਸਾਡੇ ਦਿਲਾਂ ਦੇ ਵਿੱਚ ਇਹ ਹੋਣੀਆਂ ਚਾਹੀਦੀਆਂ ਨੇ। ਸੋ ਇਹਨਾਂ ਹੀ ਗੱਲਾਂ ਦੇ ਨਾਲ ਰੁਖਸਤ ਹੁੰਦਾ ਹਾਂ। ਖੁਦਾ ਹਾਫਿਜ਼, ਰੱਬ ਰਾਖਾ। ਮਿਲਦਾ ਤੁਹਾਨੂੰ ਅਗਲੇ ਵਿਰਸੇ ਦੇ ਨਾਲ।